ना रखो, किसी ने नहीं तुहानू कहा कि रखो, परंतु जे रखो तो उसकी पूरी पूरी केयर करो। कुत्ते नू टाइम दिओ, इसदा कोई नहीं है, इसदे सिर्फ तुसी हो। तुसी कुत्ता लियाओ, ਉਹਦੀਆਂ 4 ਲੱਤਾਂ ਹੋਣੀਆਂ ਚਾਹੀਦੀਆਂ, ਉਹਦਾ ਟੈਂਪਰਾਮੈਂਟ ਕਿਹੋ ਜਿਹਾ ਅਸੀਂ ਉਹਨੂੰ ਠੀਕ ਕਰ ਦਾਂਗੇ। ਕਹਿੰਦੇ ਜਾਨਵਰ ਵਫਾ ਦਾ ਉਹ ਫਰਿਸ਼ਤਾ ਹੈ ਜਿਸ ਦੀ ਵਫਾਦਾਰੀ ਇਨਸਾਨ ਦੇ ਨਾਲ ਬਖੂਬੀ ਦੇਖੀ ਜਾ ਸਕਦੀ ਹੈ। ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਕਦਮ ਕਰਦੀ ਹਾਂ ਮੈਂ ਟੀਨੂ ਸ਼ਰਮਾ। ਅੱਜ ਅਸੀਂ ਇੱਕ ਵਾਰ ਫਿਰ ਤੋਂ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਮੇਰਾ ਵਿਸ਼ਾ ਹੈ ਉਹ ਹੈ ਜੀ ਵਿੰਟਰ ਸੀਜ਼ਨ ਦੇ ਵਿੱਚ ਘਰ ਬੈਠੇ ਤੁਸੀਂ ਆਪਣੇ ਪੈਟਸ ਨੂੰ ਕਿੱਦਾਂ ਗਰੂਮ ਕਰ ਸਕਦੇ ਹੋ। ਪੈਟਸ ਨੂੰ ਗਰੂਮ ਕਰਨਾ ਬਹੁਤ ਇੰਪੋਰਟੈਂਟ ਚੀਜ਼ ਹੈ, ਜਿਸ ਦੇ ਲਈ ਅੱਜ ਅਸੀਂ ਮੁਲਾਕਾਤ ਕਰਾਂਗੇ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੀ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 44 ਸਾਲ ਇਸ ਕੰਮ ਲਈ ਦੇ ਦਿੱਤੇ, ਜਿਸ ਵਿੱਚ ਉਹਨਾਂ ਨੇ ਬਹੁਤ ਸਾਰੀ ਬਰੀਡਸ ਤੇ ਡੌਗਸ ਨੂੰ ਟ੍ਰੇਨਡ ਕੀਤਾ। ਢੀਠ ਬਰੀਡਸ ਲਈ ਵੀ ਜਿਨ੍ਹਾਂ ਨੂੰ ਮੈਂ ਕਹਿ ਸਕਦੀ ਹਾਂ ਟ੍ਰੇਨ ਕਰਨ 'ਚ ਮਾਹਿਰ ਨੇ, ਔਰ ਗਰੂਮਿੰਗ ਦਾ ਵੀ ਸੈਸ਼ਨ ਅੱਜ ਉਹ ਸਾਡੇ ਨਾਲ ਕਰਨਗੇ ਤੇ ਦੱਸਣਗੇ ਕਿ ਘਰ ਬੈਠ ਕੇ ਵਿੰਟਰ ਸੀਜ਼ਨ ਦੇ ਵਿੱਚ ਤੁਸੀਂ ਆਪਣੇ ਪੈਟਸ ਨੂੰ ਗਰੂਮ ਕਿਵੇਂ ਕਰ ਸਕਦੇ ਹੋ। ਲਿਮਕਾ ਗਿਨੀਜ਼ ਬੁੱਕ ਆਫ ਰਿਕਾਰਡਸ ਦੇ ਵਿੱਚ ਉਹਨਾਂ ਦਾ ਨਾਮ ਹੈ। ਦੁਨੀਆ ਦੀ ਦੇਖੋ ਬਹੁਤ ਵੱਡੀ ਕਿਤਾਬ ਹੈ ਰਿਕਾਰਡਸ ਦੀ, ਜਿਸ ਦੇ ਵਿੱਚ ਉਹਨਾਂ ਦਾ ਨਾਮ ਦਰਜ ਕੀਤਾ ਗਿਆ ਹੈ। ਸੋ ਇਹਦਾ ਮਤਲਬ ਕੁਛ ਨਾ ਕੁਛ ਤਾਂ ਗੱਲ ਉਸ ਸ਼ਖਸੀਅਤ ਦੇ ਵਿੱਚ ਜ਼ਰੂਰ ਹੋਏਗੀ। ਸੋ ਆਓ ਜ਼ਿਆਦਾ ਦੇਰ ਨਹੀਂ ਲਗਾਉਂਦੇ ਤੇ ਮਿਲਦੇ ਹਾਂ ਸ਼ਿਵ ਕੌਸ਼ਲ ਜੀ ਦੇ ਨਾਲ। ਤੁਸੀਂ ਜਿੱਦਾਂ ਹੁਣੇ ਤੁਹਾਡੇ ਕੋਲ ਛੋਟਾ ਬਰੀਡ ਹੈਗਾ ਬੀਗਲ, ਹੁਣ ਤੁਸੀਂ ਸਾਨੂੰ ਮਤਲਬ ਦੱਸੋ ਕਿ ਸਾਡੇ ਜਿਹੜੇ ਦਰਸ਼ਕ ਜਾਣਨਾ ਚਾਹਣਗੇ ਕਿ ਇਨ ਵਿੰਟਰ ਸੀਜ਼ਨ ਦੇ ਵਿੱਚ ਅਸੀਂ ਆਪਣੇ ਪੈਟ ਨੂੰ ਘਰ ਬੈਠ ਕੇ ਕਿਸ ਢੰਗ ਨਾਲ ਅਸੀਂ ਇਹਨਾਂ ਨੂੰ ਗਰੂਮ ਕਰਕੇ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਸਾਨੂੰ ਕਨਸੈਪਟ ਸਮਝਣਾ ਚਾਹੀਦਾ। ਅਸੀਂ ਇਹ ਸੋਚਦੇ ਹਾਂ ਕਿ ਕੁੱਤੇ ਨੂੰ ਨਹਾਉਣਾ ਹੀ ਨਹੀਂ ਚਾਹੀਦਾ, ਜਿਹੜਾ ਕਿ ਬਿਲਕੁਲ ਗਲਤ ਹੈ। ਤੁਸੀਂ ਸਰਦੀਆਂ ਦੇ ਵਿੱਚ ਵੀ ਕੁੱਤੇ ਨੂੰ ਹਫ਼ਤੇ 'ਚ ਇੱਕ ਵਾਰੀ ਨਵਾ ਸਕਦੇ ਹੋ, ਬਟ ਬਾਕਾਇਦਾ ਉਸ ਨੂੰ ਡਰਾਈ ਕਰਕੇ ਰੱਖਣਾ ਚਾਹੀਦਾ। ਕੁੱਤੇ ਨੂੰ ਨਹਾਉਣ ਲੱਗੇ ਪ੍ਰੋਬਲਮ ਨਹੀਂ ਹੁੰਦੀ, ਬਟ ਜਦੋਂ ਉਹਦੇ ਵਾਲਾਂ 'ਚ ਮੋਇਸਚਰ ਰਹਿ ਜਾਂਦਾ ਹੈ, ਉਹ ਮੋਇਸਚਰ ਤੋਂ ਬਾਅਦ ਹਵਾ ਚੱਲਦੀ ਹੈ ਅਤੇ ਡੌਗ ਚਿੱਲ ਹੁੰਦਾ, ਉਦੋਂ ਉਹਨੂੰ ਬਿਮਾਰ ਹੁੰਦਾ ਹੈ। ਸੋ ਅਦਰਵਾਈਜ਼ ਜੇ ਅਸੀਂ ਦੇਖੀਏ ਕਿ ਜੇ ਹਾਂ ਸਾਨੂੰ ਆਪ ਨੂੰ ਆਲਸ ਆ ਰਿਹਾ ਹੈ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਕਿਸ ਤਰ੍ਹਾਂ ਅਸੀਂ ਇੱਕ ਡੌਗ ਨੂੰ ਅਸੀਂ ਉਹਨੂੰ ਗਰੂਮ ਕਰ ਸਕਦੇ ਹਾਂ ਘਰ 'ਚ, ਅਤੇ ਉਹਦੇ ਲਈ ਪਰਫੈਕਟ ਟੂਲ ਕਿਹੜੀ ਬਰੀਡ ਵਾਸਤੇ ਕਿਹੜੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਬੀਗਲ ਜਿਹੜਾ ਹੈ ਇਹ ਸਮੂਥ ਕੋਟ ਦਾ ਡੌਗ ਹੈ। ਇਹਦੇ ਵਾਲ ਬਹੁਤ ਛੋਟੇ ਹੁੰਦੇ ਨੇ, ਬਟ ਫਿਰ ਇਹ ਵੀ ਡਬਲ ਕੋਟ ਹੈ। ਡਬਲ ਕੋਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਲੰਬੇ ਵਾਲ ਨੇ, ਨੋ, ਵਾਲਾਂ ਦੇ ਵਿੱਚ ਇੱਕ ਵਾਲ ਹੈ ਤੇ ਇੱਕ ਅੰਦਰ ਉਹਦੇ ਇੰਟਰਨਲ ਫਰ ਹੈਗਾ। ਸੋ ਉਸ ਦੇ ਵਾਸਤੇ ਇੱਕ ਗਰੂਮਿੰਗ ਗਲਵ, ਇਹ ਗਰੂਮਿੰਗ ਗਲਵ ਅਸੀਂ ਇਸ ਤਰ੍ਹਾਂ ਦੇ ਯੂਜ਼ ਕਰ ਸਕਦੇ ਹਾਂ। ਇਹਦੇ ਥੱਲੇ ਬੜੇ ਸੌਫਟ ਬ੍ਰਿਸਲਸ ਨੇ। ਇੱਧਰ ਇਸ ਬ੍ਰਸ਼ ਤੇ ਇੱਧਰ ਪਿਨ ਬ੍ਰਸ਼ ਹੈ, ਇੱਧਰ ਨੋਰਮਲ ਬ੍ਰਸ਼ ਹੈ। ਇਹ ਫਿਨਿਸ਼ਿੰਗ ਕੋਟ ਵਾਸਤੇ ਹੁੰਦਾ ਹੈ। ਐਂਡ ਇੱਕ ਬਹੁਤ ਹੀ ਇੰਪੋਰਟੈਂਟ ਟੂਲ ਹੈ ਗਰੂਮਿੰਗ ਰੇਕ, ਜਿਹਦੇ ਨਾਲ ਕਿ ਅਸੀਂ ਇਹਦੇ ਫਾਲਤੂ ਵਾਲ ਕੱਢ ਸਕਦੇ ਹੈਗੇ ਜਦੋਂ ਸਾਨੂੰ ਲੋੜ ਮਹਿਸੂਸ ਹੋਵੇ। ਸੋ ਸਾਨੂੰ ਕਰਨਾ ਕੀ ਚਾਹੀਦਾ ਹੈ ਕਿ ਅਸੀਂ ਸ਼ੁਰੂ ਕਰੀਏ ਇਸ ਗਲਵ ਤੋਂ। ਇਸ ਨੂੰ ਇਸ ਤਰ੍ਹਾਂ ਅਸੀਂ ਆਪਣੇ ਹੱਥ 'ਚ ਪਾ ਲਵਾਂਗੇ। ਹੁਣ ਜਿਹੜੇ ਪੰਜਾਬੀ ਨੇ ਉਹ ਸਮਝਣਗੇ ਕਿ ਘੋੜੇ ਨੂੰ ਖਰਖਰਾ ਕੀਤਾ ਜਾਂਦਾ ਹੈ। ਗਰੂਮਿੰਗ ਦੇ ਫਾਇਦੇ ਇਹੀ ਨਹੀਂ ਨੇ ਕਿ ਤੁਸੀਂ ਉਸ ਨੂੰ ਗਰੂਮ ਕਰ ਲਿਆ ਔਰ ਉਹਨੇ ਸਮੈਲ, ਨੋ 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 ਨੋ। ਗਰੂਮਿੰਗ ਦੇ ਨਾਲ ਤੁਹਾਡੀ ਆਪਣੀ ਡੌਗ ਦੀ ਤੁਹਾਡੇ ਨਾਲ ਇੱਕ ਬੌਂਡ ਬਣਦਾ ਹੈ, ਤੁਹਾਡੇ ਨਾਲ ਅਟੈਚਮੈਂਟ ਹੁੰਦੀ ਹੈ। ਨੰਬਰ 2, ਉਸ ਦੀ ਬਲੱਡ ਸਪਲਾਈ ਤੇਜ਼ ਹੁੰਦੀ ਹੈ, ਉਹਦੀ ਸਕਿਨ ਕਲੀਅਰ ਹੁੰਦੀ ਹੈ। ਨੰਬਰ 3, ਉਹਦੇ ਡੈਡ ਹੇਅਰਸ ਰਿਮੂਵ ਹੁੰਦੇ ਨੇ। ਸੋ ਅਸੀਂ ਜਦੋਂ ਵੀ ਅਸੀਂ ਇਸ ਨੂੰ ਯੂਜ਼ ਕਰਨਾ, ਇਸ ਧਿਆਨ ਰੱਖਣਾ ਕਿ ਬ੍ਰਿਸਲ ਸੌਫਟ ਹੋਣੇ ਚਾਹੀਦੇ ਨੇ। ਕੁਝ ਗਲਵਸ ਆਉਂਦੇ ਹਨ ਉਹਦੇ ਬ੍ਰਿਸਲ ਬੜੇ ਹਾਰਡ ਹੁੰਦੇ ਆ, ਉਹਨੂੰ ਯੂਜ਼ ਨਹੀਂ ਕਰਨਾ। ਸੋ ਅਸੀਂ ਇਸ ਨੂੰ ਪਹਿਲਾਂ ਐਂਟੀ ਕੋਟ ਵਾਈਜ਼ ਅਸੀਂ ਇਹਨੂੰ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਥੋੜਾ ਜ਼ੋਰ ਨਾਲ, ਠੀਕ ਹੈ ਜੀ। ਇਹ ਪੂਰਾ ਸਕਿਨ ਵੀ ਸਾਫ਼ ਹੋ ਰਹੀ ਹੈ, ਇਸ ਦੇ ਨਾਲ ਇਹਦੀ ਬਲੱਡ ਸਪਲਾਈ ਵੀ ਤੇਜ਼ ਹੋ ਰਹੀ ਹੈ, ਇਹਦਾ ਕੋਟ ਦਾ ਇੱਕ ਇੱਕ ਵਾਲ ਕਲੀਨ ਹੋ ਰਿਹਾ ਹੈ। ਫਿਰ ਇਹ ਤੁਸੀਂ ਦਿਖਾ ਸਕੋ ਦਰਸ਼ਕਾਂ ਨੂੰ ਕਿ ਇਹਦੇ 'ਚ ਕਿੰਨੇ ਵਾਲ ਆ ਗਏ ਨੇ। ਸੋ ਅਗਲਾ ਜਿਹੜਾ ਟੂਲ ਅਸੀਂ ਯੂਜ਼ ਕਰਾਂਗੇ ਉਹ ਅਸੀਂ ਇਹ ਯੂਜ਼ ਕਰਾਂਗੇ ਪਿਨ ਬ੍ਰਸ਼। ਜਿਹੜੇ ਸਮੂਥ ਕੋਟ ਡੌਗਸ ਹੈ ਉਹਨਾਂ ਨੂੰ ਕੰਘੀਆਂ ਨਹੀਂ ਯੂਜ਼ ਕੀਤੀਆਂ ਜਾਂਦੀਆਂ, ਉਹਨਾਂ ਨੂੰ ਸਲਿਕਰਸ ਯੂਜ਼ ਨਹੀਂ ਕੀਤੇ ਜਾਂਦੇ।
ਇਹਦੇ ਨਾਲ ਤੁਸੀਂ ਦੇਖ ਪਾਓਗੇ, ਜੇ ਸਾਡੇ ਕੈਮਰਾਮੈਨ ਦਿਖਾ ਸਕਣ ਕਿ ਵਾਲ ਉੱਪਰ ਆ ਗਏ ਨੇ, ਸਾਰੇ ਡੈਡ ਹੇਅਰ ਉੱਪਰ ਆ ਗਏ ਨੇ ਇਸ ਦੇ। ਸੋ ਅਸੀਂ ਹੁਣ ਇਸ ਦੇ ਨਾਲ ਇਹਨੂੰ ਐਂਟੀ ਕੋਟਵਾਈਜ਼ ਕਰਾਂਗੇ। ਇਹ ਪੂਰੀ ਬਾਡੀ ਤੇ ਕਰਨਾ ਹੈ ਤੁਸੀਂ, ਇੱਥੋਂ ਥਾਈਜ਼ ਤੋਂ ਇੱਥੋਂ ਐਂਟੀ ਕੋਟਵਾਈਜ਼, ਇੱਥੋਂ ਐਂਟੀ ਕੋਟਵਾਈਜ਼, ਇੱਥੋਂ ਐਂਟੀ ਕੋਟਵਾਈਜ਼, ਦੈਨ ਫਿਰ ਕੋਟਵਾਈਜ਼। ਦੇਖੋ ਕਿੰਨਾ ਮਜ਼ਾ ਆ ਰਿਹਾ ਹੈ ਇਸ ਨੂੰ। ਇਟਸ ਕਾਲਡ ਡੌਗੀ ਲਾਈਫ। ਸੀ ਸੇਮ ਇਜ਼ ਇਹਦੇ ਚ ਦੇਖੋ ਕਾਫੀ ਵਾਲ ਆ ਗਏ ਨੇ। ਨਾਓ ਆਈਲ ਯੂਜ਼ ਦਿਸ। ਹੁਣ ਮੈਂ ਇਹਨੂੰ ਵਰਤੂੰਗਾ ਜਿਹਦੇ ਨਾਲ ਕਿ ਇਹਦਾ ਕੋਟ ਦਾ ਇੰਟਰਨਲੀ ਪਾਰਟ ਸਾਰਾ ਕਲੀਨ ਹੋ ਜਾਏਗਾ। ਅਗੇਨ ਐਂਟੀ ਕੋਟ, ਥੋੜਾ ਜ਼ੋਰ ਦੀ, ਦੈਨ ਕੋਟ ਵਾਈਜ਼। ਇੱਕ ਹੋਰ ਟੂਲ ਹੈ, ਇਹ ਬਹੁਤ ਘੱਟ ਮਿਲਦਾ ਹੈ, ਬਟ ਜੇਕਰ ਤੁਹਾਨੂੰ ਮਿਲੇ ਕਿਤੋਂ ਤਾਂ ਇਸ ਨੂੰ ਲੈ ਲੈਣਾ ਚਾਹੀਦਾ ਹੈ। ਇਹ ਇੰਜ ਟਵਿਸਟ ਕਰ ਜਾਂਦਾ ਹੈ ਔਰ ਇਹ 'ਚ ਫਲਾ ਲਾਈਨ ਲੱਗੀ ਹੋਈ ਹੈ। ਇਸ ਪਾਸੇ ਇਹ ਸਮੂਥ ਜਾ ਰਿਹਾ ਹੈ, ਇਸ ਪਾਸੇ ਥੋੜਾ ਜਿਹਾ ਖੁਰਦ ਹੈ। ਤੁਸੀਂ ਲਗਾ ਕੇ ਦੇਖੋਗੇ ਹੱਥ ਜਰਾ। ਜੇ ਮੈਨੂੰ ਇੰਜ ਕਰ ਦੂੰਗਾ ਤੇ ਹੁਣ ਇੱਧਰ ਸਮੂਥ ਹੋ ਗਿਆ, ਇੱਧਰ ਖੁਰਦਰਾ ਹੋ ਗਿਆ। ਸੋ ਫਿਨਿਸ਼ਿੰਗ ਵਾਸਤੇ ਅਸੀਂ ਇਸ ਨੂੰ ਯੂਜ਼ ਕਰਾਂਗੇ। ਇਹਨੂੰ ਅਸੀਂ ਇਸ ਤਰ੍ਹਾਂ ਕੀਤਾ, ਇਹ ਜਿੰਨੀ ਡਸਟ ਹੈ, ਜਿੰਨਾ ਬੈਕਟੀਰੀਆ ਹੈ, ਇਹ ਸਾਰੇ ਨੂੰ ਇਕੱਠਾ ਕਰ ਦੇਗਾ। ਹੁਣ ਤੁਸੀਂ ਇਹਦੇ ਇੱਥੇ ਹੱਥ ਲਗਾ ਕੇ ਦੇਖੋ ਜੀ। ਹੁਣ ਤੁਸੀਂ ਇੱਥੋਂ ਹੇਠੋਂ ਹੱਥ ਲਗਾਓ ਇਹਦੇ, ਜਿੱਥੇ ਆਪਾਂ ਨਹੀਂ ਕੀਤਾ ਤੇ ਜਿੱਥੇ ਆਪਾਂ ਕੀਤਾ ਉੱਥੇ ਦੇਖੋ। ਇੱਕ ਟੂਲ ਹੈ ਗਰੂਮਿੰਗ ਰੇਕ, ਜਿਹੜਾ ਕਿ ਡੌਗ ਦੇ ਵਾਲਾਂ ਨੂੰ ਥਿਨਿੰਗ ਕਰ ਦਿੰਦਾ ਹੈਗਾ। ਇਹਦਾ ਅਸੀਂ ਗਾਰਡ ਹਟਾਇਆ। ਇਹ ਇਸ ਤਰ੍ਹਾਂ ਦਾ ਟੂਲ ਹੈ ਇਹ, ਔਰ ਅਸੀਂ ਇਸ ਨੂੰ ਇੱਥੋਂ ਦੀ ਇਹਨੂੰ ਪਕੜਾਂਗੇ, ਸਕਿਨ ਨੂੰ। ਜ਼ੋਰ ਦੀ ਨਹੀਂ ਮਾਰਨਾ, ਬਿਕੋਜ਼ ਉਹਦੀ ਸਕਿਨ ਕੱਟੀ ਜਾਏਗੀ। ਇਸ ਚੀਜ਼ ਦਾ ਦਰਸ਼ਕਾਂ ਨੇ ਧਿਆਨ ਦੇਣਾ ਕਿ ਜ਼ੋਰ ਨਹੀਂ ਮਾਰਨਾ ਇਹਦੇ ਉੱਤੇ। ਜਿਵੇਂ ਬਾਕੀਆਂ ਤੇ ਮੈਂ ਕਿਹਾ ਕਿ ਤੁਸੀਂ ਜ਼ੋਰ ਨਾਲ ਕਰਨਾ, ਇਹਨੂੰ ਜ਼ੋਰ ਨਾਲ ਨਹੀਂ ਕਰਨਾ। ਸੋ ਤੁਸੀਂ ਇੱਥੋਂ ਸਕਿਨ ਨੂੰ ਇੱਥੋਂ ਇਸ ਤਰ੍ਹਾਂ ਪਕੜਿਆ ਔਰ ਇਹਨੂੰ ਇਸ ਤਰ੍ਹਾਂ ਕਰਨਾ ਸ਼ੁਰੂ ਕਰਤਾ। ਇਸ ਦੇ ਨਾਲ ਇਹਦੇ ਵਾਲਾਂ ਦੀ ਡੈਂਸਿਟੀ ਘਟ ਜਾਏਗੀ। ਤੁਸੀਂ ਇਸ ਤਰ੍ਹਾਂ ਰੂੰ ਲੈ ਸਕਦੇ ਹੋ ਔਰ ਰੂੰ ਨੂੰ ਪਾਣੀ ਦੇ ਨਾਲ ਗਿੱਲਾ ਕਰੋ। ਬੇਟਾ ਉਸਕੋ ਉਠਾਓ। ਗਿੱਲਾ ਕਰਕੇ ਇਸ ਨੂੰ ਚੰਗੀ ਤਰ੍ਹਾਂ ਸਕਵੀਜ਼ ਕਰ ਲਓ, ਨਿਚੋੜ ਲਓ ਇਸ ਨੂੰ, ਔਰ ਫਿਰ ਇਸ ਨੂੰ ਆਪਣੀ ਉਂਗਲ ਦੇ ਇਸ ਉਂਗਲ ਦੇ ਦੁਆਲੇ ਇਹਨੂੰ ਇਸ ਤਰ੍ਹਾਂ ਲਪੇਟ ਲਓ। ਠੀਕ ਹੈ ਜੀ। ਹੁਣ ਅਸੀਂ ਇਹਦੇ ਕੰਨ ਸਾਫ਼ ਕਰਨ ਲੱਗੇ ਹਾਂ। ਜ਼ੋਰ ਨਹੀਂ ਲਗਾਉਣਾ ਕਿ ਕੰਨ ਦੀ ਸਕਿਨ ਸੈਂਸਿਟਿਵ ਉਹ ਛਿੱਲੀ ਨਾ ਜਾਵੇ, ਔਰ ਇਸ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਜਿੱਥੋਂ ਤੱਕ ਤੁਹਾਡਾ ਹੱਥ ਜਾਂਦਾ ਹੈ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਹੈ। ਪਰ ਧਿਆਨ ਇਸ ਚੀਜ਼ ਦਾ ਦੇਣਾ ਹੈਗਾ ਕਿ ਜ਼ੋਰ ਨਹੀਂ ਲਗਾਉਣਾ। ਅਸੀਂ ਗਲਤ ਟੂਲ ਯੂਜ਼ ਕਰ ਲੈਨੇ, ਉਹਦੇ ਨਾਲ ਸਾਡਾ ਡੌਗ ਹਰਟ ਹੁੰਦਾ ਹੈ। ਜਦੋਂ ਹਰਟ ਹੁੰਦਾ ਹੈ, ਅਗਲੀ ਵਾਰੀ ਜਦੋਂ ਤੁਸੀਂ ਗਰੂਮਿੰਗ ਕਰਦੇ ਹੋ ਤਾਂ ਉਹਨੂੰ ਲੱਗਦਾ ਹੈ ਕਿ ਮੈਨੂੰ ਮਾਰਨਗੇ, ਮੈਨੂੰ ਤਕਲੀਫ ਹੋ, ਮੈਨੂੰ ਦਰਦ ਹੋ। ਸੋ ਗਰੂਮਿੰਗ ਨੂੰ ਅਸੀਂ ਇੱਕ ਮਜ਼ੇਦਾਰ ਇੱਕ ਇਵੈਂਟ ਬਣਾਉਣਾ ਹੈ, ਨਾ ਕਿ ਉਹਨੂੰ ਟੌਰਚਰ ਬਣਾਉਣਾ ਹੈ। ਸੋ ਹਮੇਸ਼ਾ ਜਦੋਂ ਵੀ ਕੁੱਤੇ ਨੂੰ ਗਰੂਮ ਕਰੋ, ਟਾਕ ਟੂ ਹਿਮ, ਪੈਟ ਹਿਮ, ਉਹਦੇ ਨਾਲ ਗੱਲ ਕਰੋ, ਉਹਨੂੰ ਪਿਆਰ ਕਰੋ, ਉਹਨੂੰ ਕਹੋ ਗੁੱਡ ਬॉय। ਸਾਡੀ ਦੂਸਰੀ ਬਰੀਡ ਹੈਗੀ ਹੈ ਲੈਬਰਾਡੋਰ। ਇਹਦੇ ਵਾਲ ਬੀਗਲ ਨਾਲੋਂ ਥੋੜੇ ਜਿਹੇ ਵੱਡੇ ਹੁੰਦੇ ਨੇ। ਬੀਗਲ ਦੇ ਵਾਲਾਂ ਦੀ ਲੈਂਥ ਇੰਨੀ ਕੁ ਆਉਂਦੀ ਹੈ ਤੇ ਇਹਦੀ ਲੈਂਥ ਜਿਹੜੀ ਹੈ 1 ਇੰਚ, 1.25 ਇੰਚ ਦੇ ਕਰੀਬ। ਡਿਫਰੈਂਟ ਪਾਰਟ ਬਾਡੀ ਤੋਂ, ਜਿਵੇਂ ਸਿਰ ਤੋਂ ਘੱਟ ਹੈ, ਬਾਡੀ ਤੋਂ ਜ਼ਿਆਦਾ ਹੈ, ਪੂੰਛ ਤੋਂ ਹੋਰ ਜ਼ਿਆਦਾ ਹੋ ਜਾਏਗੀ। ਹੁਣ ਦਰਸ਼ਕਾਂ ਨੂੰ ਇਹ ਦੱਸਣਾ ਚਾਹੂੰਗਾ ਕਿ ਇਹ ਦੋ ਕੰਘੀਆਂ ਨੇ, ਦੇਖਣ ਨੂੰ ਇੱਕੋ ਜਿਹੀਆਂ ਨੇ, ਬਟ ਇਹਦਾ ਜਿਹੜਾ ਟੁੱਥ ਸਾਈਜ਼ ਹੈਗਾ ਇਹ ਮੀਡੀਅਮ ਹੈ, ਇਸ ਦਾ ਲੌਂਗ ਹੈ। ਇਹ ਤੁਹਾਨੂੰ ਇੱਥੋਂ ਫਰਕ ਪਤਾ ਲੱਗੂਗਾ। ਸੋ ਇਹ ਜਿਹੜੀ ਕੌਮ ਹੈ ਇਹ ਲੌਂਗ ਕੋਟ ਡੌਗ ਵਾਸਤੇ ਹੈ, ਇਹ ਥੋੜੀ ਸ਼ਾਰਟ ਕੋਟ ਮੀਡੀਅਮ ਕੋਟ ਡੌਗ ਵਾਸਤੇ ਹੈ। ਸੋ ਅਸੀਂ ਇਸ ਕੌਮ ਨੂੰ ਇਨੀਸ਼ੀਅਲੀ ਯੂਜ਼ ਕਰਾਂਗੇ। ਕਾਪੀ ਅਪ, ਇਹਨੂੰ ਅਸੀਂ ਇਸ ਤਰ੍ਹਾਂ ਪਕੜਿਆ ਔਰ ਇਹਨੂੰ ਇਸ ਤਰ੍ਹਾਂ ਵੀ ਨਹੀਂ ਰੱਖਣਾ ਔਰ ਇੰਜ ਵੀ ਨਹੀਂ ਰੱਖਣਾ। ਓਕੇ, ਅਪ।
ਇਹਦੇ ਵਾਲਾਂ ਦੀ ਲੈਂਥ ਦੇਖ ਸਕਦੇ ਆ ਆਪਾਂ ਸਿਰਫ ਇੱਕ ਟੂਲ ਯੂਜ਼ ਨਹੀਂ ਕਰ ਰਹੇ। ਤੁਸੀਂ ਇਹਦੇ ਸਿਰ ਤੇ ਆਓ, ਸਿਰ ਦੇ ਉੱਤੇ ਇਹਦੇ ਵਾਲਾਂ ਦੀ ਲੈਂਥ ਇੰਨੀ ਹੈ। ਤੁਸੀਂ ਇਹਦੀ ਬਾਡੀ ਤੇ ਆਓ, ਬਾਡੀ ਤੇ ਇਹਦੇ ਵਾਲਾਂ ਦੀ ਲੈਂਥ ਆਲਮੋਸਟ 1.5 ਇੰਚ ਹੈ। ਪੂੰਛ ਤੇ ਆਉਂਗੇ, ਗੈਰਾ ਬਾਬਾ ਗੈਰਾ, ਪੂੰਛ ਤੇ ਇਹਦੇ ਵਾਲਾਂ ਦੀ ਲੈਂਥ ਆਲਮੋਸਟ 2 ਤੋਂ 2.5 ਇੰਚ ਹੈ। ਆਪਾਂ ਕੰਘੀ ਇਹਦੇ ਸਿਰ ਤੇ ਨਹੀਂ ਮਾਰ ਰਹੇ ਜਿੱਥੇ ਕਿ 1/4 ਇੰਚ ਜਾਂ 1/8 ਇੰਚ ਲੈਂਥ ਹੈ। ਅਸੀਂ ਇੱਥੇ ਤਾਂ ਕੰਘੀ ਨਹੀਂ ਮਾਰੀ। ਇੱਥੇ ਵਾਸਤੇ ਸਾਡੇ ਕੋਲ ਇਹ ਵਾਲਾ ਟੂਲ ਹੈ, ਇਹ ਵਾਲਾ ਟੂਲ ਹੈ। ਇੱਥੇ ਵਾਸਤੇ ਸਾਡੇ ਕੋਲ ਇਹ ਵਾਲਾ ਟੂਲ ਹੈਗਾ। ਕੌਮ ਲਈ ਤੁਸੀਂ ਜਿੱਥੇ ਇਹ ਲੈਂਥ ਆ ਜਾਂਦੀ ਹੈ 1.5 ਇੰਚ ਦੀ ਲੈਂਥ, ਨਾਓ ਸੀ ਕੀ ਤੁਸੀਂ ਫੀਲ ਕਰ ਰਹੇ ਹੋ? ਬਟ ਇਹ ਸਮੂਥ ਕੋਟ ਨਹੀਂ ਹੈ, ਇਹ ਮੀਡੀਅਮ ਕੋਟ ਹੈ। ਸਮੂਥ ਕੋਟ ਇਜ਼ ਡੋਬਰਮਨ, ਸਮੂਥ ਕੋਟ ਇਜ਼ ਪਿਟਬੁਲ। ਇਹ ਮੀਡੀਅਮ ਚ ਆ ਗਿਆ। ਫਿਰ ਲੌਂਗ ਚ ਆ ਜਾਏਗਾ ਤੁਹਾਡਾ 골ਡਨ ਰਿਟਰੀਵਰ ਹੋ ਗਿਆ, ਜਾਂ ਲੌਂਗ ਕੋਟ ਸ਼ੈਪਰਡਸ ਹੋ ਗਏ, ਫਿਰ ਐਕਸਟਰਾ ਲੌਂਗ ਕੋਟ ਸ਼ਿਟਜ਼ੂਸ ਆ ਗਏ, ਮਲਟੀਸ ਆ ਗਏ, ਯੋਕੀਸ ਆ ਗਏ। ਉਹ ਸਾਰੀਆਂ ਬਰੀਡਸ ਆ ਜਾਂਦੀਆਂ ਨੇ। ਫਿਰ ਉਹਦੇ ਵਿੱਚ ਕੁੱਤੇ ਨੂੰ ਟਾਈਮ ਦਿਓ। ਇਸ ਦਾ ਕੋਈ ਨਹੀਂ ਹੈ, ਇਸ ਦੇ ਸਿਰਫ ਤੁਸੀਂ ਹੋ। ਤੁਸੀਂ ਇਹਦੇ ਮਾਂ ਪਿਓ, ਭੈਣ ਭਰਾ, ਦੋਸਤ ਮਿੱਤਰ, ਰਿਸ਼ਤੇਦਾਰ, ਉਹ ਤੁਸੀਂ ਹੀ ਹੋ। ਗਿਵ ਐਂਡ ਟੇਕ ਤੇ ਦੁਨੀਆ ਚੱਲਦੀ ਹੈ। ਜਿੰਨਾ ਤੁਸੀਂ ਇਸ ਨੂੰ ਦਿਓਗੇ ਉਨਾ ਹੀ ਵਧੀਆ ਇਹ ਤੁਹਾਨੂੰ ਦਊਗਾ। ਸ਼ਿਵ ਕੌਸ਼ਲ ਜੀ, ਤੁਸੀਂ ਹੁਣੇ ਸਾਨੂੰ ਦਿਖਾਇਆ ਕਿ ਅਸੀਂ ਆਪਣੇ ਜਿਹੜੇ ਪੈਟ ਹੈਗੇ ਨੇ ਉਹਨਾਂ ਨੂੰ ਕੌਮ ਕਿੱਦਾਂ ਕਰ ਸਕਦੇ ਨੇ। ਕੁਝ ਲੋਕ ਸਮਝਦੇ ਨੇ ਕਿ ਸ਼ਾਇਦ ਕੌਮ ਕਰਨਾ ਇੰਨਾ ਜ਼ਰੂਰੀ ਨਹੀਂ ਹੁੰਦਾ ਡੌਗਸ ਨੂੰ, ਜਿਹੜੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਰੱਖੇ ਹੁੰਦੇ ਨੇ। ਸਿਰਫ ਥੋੜਾ ਬਹੁਤ ਨਹਿਲਾ ਦਿਓ ਐਂਡ 에ਅਰ ਕਲੀਨਿੰਗ ਹੈ ਨਾ, ਉਹ ਕਰ ਦਿਓ ਐਂਡ ਡੌਗ ਮਤਲਬ ਉਹਨਾਂ ਨੂੰ ਲੱਗਦਾ ਕਿ ਗਰੂਮ ਹੋ ਗਿਆ। ਬਟ ਇਹ ਜਿਹੜੀ ਕੰਘੀ ਹੈਗੀ ਹੈ, ਕੌਮ ਕਰਨਾ ਡੌਗ ਨੂੰ ਕਿੰਨਾ ਇੰਪੋਰਟੈਂਟ ਹੈਗਾ ਹੈ, ਉਹਦੇ ਕੀ ਬੈਨੀਫਿਟਸ ਹੁੰਦੇ ਨੇ ਕੌਮ ਕਰਨ ਦੇ? ਕੰਘੀ ਕਰਨਾ ਉਨਾ ਹੀ ਬੈਨੀਫੀਸ਼ੀਅਲ ਹੈ ਜੀ, ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਤੁਸੀਂ ਕੁੱਤੇ ਨੂੰ ਖਾਣਾ ਦੇ ਰਹੇ ਹੋ। ਕੰਘੀ ਕਰਨ ਦੇ ਨਾਲ ਜਾਂ ਉਹਦੇ ਟੂਲਸ ਯੂਜ਼ ਕਰਨ ਦੇ ਨਾਲ ਉਹ ਕੁੱਤੇ ਨਾਲ ਤੁਹਾਡਾ ਇੱਕ ਆਤਮਾ ਦਾ ਰਿਸ਼ਤਾ ਬਣਦਾ ਹੈ। ਕੁੱਤੇ ਨੂੰ ਮਜ਼ਾ ਆਉਂਦਾ ਹੈ ਜੇ ਤੁਸੀਂ ਸਹੀ ਟੂਲ ਯੂਜ਼ ਕਰ ਰਹੇ ਹੋ ਔਰ ਸਹੀ ਟੈਕਨੀਕ ਯੂਜ਼ ਕਰ ਰਹੇ ਹੋ। ਕੁੱਤੇ ਨਾਲ ਤੁਹਾਡੀ ਇੰਟਰੈਕਸ਼ਨ ਜਿਹੜੀ ਹੈ ਬਹੁਤ ਵੱਧਦੀ ਰਹਿੰਦੀ ਹੈ। ਨੰਬਰ 1। ਨੰਬਰ 2, ਕੁੱਤੇ ਦੀ ਡੈਡ ਸਕਿਨ ਜਿਹੜੀ ਹੈ ਉਹ ਕਲੀਨ ਹੁੰਦੀ ਰਹਿੰਦੀ ਹੈ। ਸਾਨੂੰ ਇੱਥੇ ਸਮਝਣਾ ਬਹੁਤ ਜ਼ਰੂਰੀ ਹੈਗਾ ਕਿ ਡੌਗ ਨੂੰ ਸਵੈਟ ਗਲੈਂਡਸ ਨਹੀਂ ਹੁੰਦੇ, ਉਹਨੂੰ ਕੁਛ ਪਸੀਨਾ ਨਹੀਂ ਆਉਂਦਾ। ਸੋ ਜਿੰਨੀ ਉਹਦੀ ਸਕਿਨ ਗੰਦੀ ਰਹੂਗੀ ਉਹਨਾਂ ਕੁੱਤਾ ਪਰੇਸ਼ਾਨ ਰਹੂਗਾ, ਚਾਹੇ ਉਹ ਗਰਮੀਆਂ ਜਾਂ ਸਰਦੀਆਂ ਹੈਗੀਆਂ। ਜੇ ਅਸੀਂ ਆਪਣੇ ਵਾਲਾਂ 'ਚ ਕੰਘੀ ਨਾ ਕਰੀਏ 4 ਦਿਨ ਤੇ ਸਾਨੂੰ ਕਿੰਨਾ ਬੁਰਾ ਫੀਲ ਹੋਊਗਾ, ਖੁਰਕ ਹੋਊਗੀ, ਇਰੀਟੇਸ਼ਨ ਹੋਊਗੀ। ਇੱਕ ਲੀਡ ਕਰ ਜਾਂਦਾ ਕੁੱਤਿਆਂ ਦੇ ਅਗਰੈਸਿਵ ਹੋਣ ਲਈ। ਤੀਸਰੀ ਚੀਜ਼ ਜਿਹੜੀ ਆਉਂਦੀ ਹੈਗੀ ਹੈ, ਤੀਜੀ ਚੀਜ਼ ਉਹ ਹੈ ਕਿ ਕੁੱਤੇ ਦੀ ਬਲੱਡ ਸਪਲਾਈ ਸਕਿਨ ਦੀ ਤੇਜ਼ ਹੁੰਦੀ ਹੈ, ਉਹਦੀ ਸਕਿਨ ਹੈਲਦੀ ਰਹਿੰਦੀ ਹੈ, ਸਕਿਨ ਕਲੀਨ ਰਹਿੰਦੀ ਹੈ। ਚੌਥੀ ਚੀਜ਼, ਉਹਦੇ ਜੇਕਰ ਐਕਸਟਰਨਲ ਪੈਰਾਸਾਈਟਸ ਵਗੈਰਾ ਕੋਈ ਹੈਗੇ ਨੇ, ਟਿਕਸ ਹੈਗੇ ਹੈ ਜਾਂ ਉਹਦੇ ਫਲੀਜ਼ ਹੈਗੀਆਂ, ਉਹ ਤੁਹਾਨੂੰ ਦਿਖ ਜਾਣਗੇ ਤਾਂ ਤੁਸੀਂ ਉਸ ਨੂੰ ਸਾਫ਼ ਤਾਂ ਕਰਵਾ ਲਓਗੇ, ਤੁਸੀਂ ਉਹਨੂੰ ਟਰੀਟ ਤਾਂ ਕਰਵਾਓਗੇ, ਤੁਸੀਂ ਉਹਨੂੰ ਵੈਟ ਦੇ ਕੋਲ ਤਾਂ ਭੇਜੋਗੇ। ਸੋ ਕੁੱਤੇ ਨੂੰ ਗਰੂਮ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਤੁਹਾਡੇ ਆਪਦੇ ਵਾਲਾਂ 'ਚ ਕੰਘੀ ਮਾਰਨਾ ਹੈ। ਮੈਂ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਜਾਂ ਕੁੱਤਾ ਰੱਖੋ ਨਾ ਰੱਖੋ, ਕਿਸੇ ਨੇ ਨਹੀਂ ਤੁਹਾਨੂੰ ਕਿਹਾ ਕਿ ਰੱਖੋ, ਪਰੰਤੂ ਜੇ ਰੱਖੋ ਤੇ ਉਹਦੀ ਪੂਰੀ ਕੇਅਰ ਕਰੋ, ਉਹਨੂੰ ਆਪਦੇ ਵਾਂਗੂ ਰੱਖੋ। ਸਮਝੋ ਕਿ ਤੁਸੀਂ ਹੋ, ਤੁਹਾਡੇ ਬੱਚਾ ਹੈ, ਤੁਹਾਡੇ ਬੱਚੇ ਦੇ 4 ਦਿਨ ਕੰਘੀ ਨਾ ਕਰੋ ਤੇ ਕਿਵੇਂ ਫੀਲ ਕਰੂਗਾ? ਸੇਮ ਉਵੇਂ ਤੁਹਾਡਾ ਜਿਹੜਾ ਹੈ 4 ਲੱਤਾਂ ਵਾਲਾ ਬੱਚਾ ਇਹ ਫੀਲ ਕਰੂਗਾ। ਜਿੱਦਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਹੈਗੇ ਨੇ ਜਿਹੜੇ ਡੌਗਸ ਨੂੰ ਨਹੀਂ ਨਹਿਲਾਉਂਦੇ ਤੇ ਕੁਝ ਲੋਕ ਹੈਗੇ ਨੇ ਜਿਹੜੇ ਡੌਗਸ ਨੂੰ ਹਫਤੇ 'ਚ ਜਾਂ 10 ਦਿਨਾਂ 'ਚ ਵੀ 2 ਵਾਰ ਨਹਿਲਾ ਦਿੰਦੇ ਨੇ। ਕਈ ਵਾਰ ਡਾਕਟਰ ਕਹਿੰਦੇ ਨੇ ਕਿ ਤੁਸੀਂ 15 ਦਿਨ 'ਚ ਇੱਕ ਵਾਰ ਨਹਿਲਾਣਾ ਹੈ ਕੁੱਤੇ ਨੂੰ। ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਗਰੂਮਿੰਗ ਜਿੱਦਾਂ ਉਹਦੇ 'ਚ ਨਹਾਉਣਾ ਵੀ ਆਉਂਦਾ ਹੈ, ਤੇ ਨਹਾਉਣ ਦੇ ਲਈ ਕੁੱਤੇ ਨੂੰ ਕਿੰਨੇ ਕੁ ਦਿਨ ਦਾ ਟਾਈਮ ਘੱਟ ਤੋਂ ਘੱਟ ਅਸੀਂ ਰੱਖ ਸਕਦੇ ਹਾਂ, ਗੈਪ ਰੱਖ ਸਕਦੇ ਹਾਂ? ਤੇ ਜੇ ਇੱਕ ਹਫਤੇ 'ਚ ਜਾਂ 10 ਦਿਨਾਂ 'ਚ ਲੋਕ ਜ਼ਿਆਦਾਤਰ ਨਵਾਉਂਦੇ ਨੇ ਕੁੱਤੇ ਨੂੰ, ਤੇ ਉਹਦੇ ਕੀ ਨੁਕਸਾਨ ਨੇ ਤੇ ਕੀ ਫਾਇਦੇ ਨੇ? ਬਹੁਤ ਹੀ ਵਧੀਆ ਸਵਾਲ ਹੈ ਤੁਹਾਡਾ। ਜਦੋਂ ਤੁਸੀਂ ਜਨਰਲੀ ਡੌਗ ਨੂੰ ਗਰਮੀਆਂ ਦੇ ਵਿੱਚ ਮਹੀਨੇ 'ਚ 3 ਵਾਰੀ ਹਰ 10 ਦਿਨ ਬਾਅਦ ਨਹਾਉਣਾ ਚਾਹੀਦਾ ਤੇ ਸਰਦੀਆਂ 'ਚ 2 ਵਾਰੀ ਨਹਾਉਣਾ ਚਾਹੀਦਾ। ਬਟ ਮੇਰੇ ਕੋਲ ਇਸ ਤਰ੍ਹਾਂ ਦੇ ਕਲਾਇੰਟਸ ਨੇ ਜਿਹੜੇ ਆਪਣੇ ਡੌਗਸ ਨੂੰ ਹਫਤੇ 'ਚ 2 ਵਾਰੀ ਨਹਾਉਣ ਨੂੰ ਕਹਿੰਦੇ ਨੇ, ਬਟ ਉਹਦੇ ਵਿੱਚ ਫਿਰ ਸਾਨੂੰ ਹੋਰ ਬਹੁਤ ਸਾਰੀਆਂ ਪ੍ਰੀਕਾਸ਼ਨਸ ਲੈਣੀਆਂ ਪੈਂਦੀਆਂ। ਸੋ ਤੁਹਾਨੂੰ ਜੇ ਤੁਸੀਂ ਉਹਨੂੰ ਬਾਰ-ਬਾਰ ਨਹਾਉਣਾ ਹੈ ਤਾਂ ਤੁਹਾਨੂੰ ਉਹਨੂੰ ਆਇਲ ਲਗਾਉਣਾ ਚਾਹੀਦਾ ਹੈ। ਤੁਸੀਂ ਉਹਨੂੰ ਵਰਜਨ ਕੋਕੋਨਟ ਆਇਲ ਲਗਾਓ, ਉਹਦੇ ਲਈ ਬੈਸਟ ਸ਼ੈਂਪੂ ਯੂਜ਼ ਕਰੋ, ਦੈਨ ਉਹਦੇ ਲਈ ਵਧੀਆ ਕੰਡੀਸ਼ਨਰ ਯੂਜ਼ ਕਰੋ, ਤੇ ਤੁਸੀਂ ਉਸ ਨੂੰ ਫਿਰ ਸਭ ਤੋਂ ਵੱਡੀ ਚੀਜ਼ ਜਿਹੜੀ ਗਰੂਮਿੰਗ ਦੇ ਵਿੱਚ ਆਉਂਦੀ ਹੈ ਕਿ ਉਹਨੂੰ ਪ੍ਰੋਪਰਲੀ ਡਰਾਈ ਕਰੋ। ਜੇ ਤੁਹਾਡੇ ਡੌਗ ਦਾ ਇਨਰ ਕੋਟ ਜਾਂ ਸਕਿਨ ਮੋਇਸਟ ਰਹਿ ਗਈ ਤਾਂ ਉੱਥੇ ਫੰਗਲ ਹੋਣ ਦੇ ਚਾਂਸ ਨੇ। ਸੋ ਜਿਹੜੇ ਡੌਗ ਹਫਤੇ 'ਚ ਵੀ ਜਿਹੜੇ ਮੇਰੇ ਕੋਲ 2 ਵਾਰੀ ਨਹਾ ਰਹੇ ਨੇ, ਉਹਨਾਂ ਨੂੰ ਅਸੀਂ ਪ੍ਰੋਪਰਲੀ 100% ਡਰਾਈ ਕਰਦੇ ਹਾਂ। ਫਿਰ
ਨਾਰਮਲ ਜੇ ਆਮ ਡੌਗ ਹੈ ਘਰ 'ਚ ਰਹਿੰਦਾ ਹੈਗਾ ਤਾਂ ਉਹਨੂੰ ਵਾਰਮ ਵਾਟਰ ਲਿਊਕ ਵਾਰਮ ਵਾਟਰ ਨਾਲ ਨਵਾਉਣਾ ਚਾਹੀਦਾ ਹੈ ਔਰ ਨਵਾਉਣ ਤੋਂ ਬਾਅਦ ਉਹਨੂੰ ਇਮੀਡੀਏਟਲੀ ਸਰਦੀਆਂ 'ਚ ਐਕਸਪੋਜ਼ ਨਹੀਂ ਕਰਨਾ ਚਾਹੀਦਾ। ਉਹਨੂੰ ਪੂਰੀ ਤਰ੍ਹਾਂ ਡਰਾਈ ਕਰਕੇ ਘੰਟੇ 2 ਘੰਟੇ ਬਾਅਦ ਹੀ ਘਰੋਂ ਕੱਢੋ ਤਾਂ ਉਹ ਕੰਫਰਟੇਬਲ ਹੋ ਜਾਊਗਾ। ਸੋ ਜੇ ਤੁਸੀਂ ਉਹਨੂੰ ਨਵਾ ਕੇ ਡੌਗ ਮੋਇਸਟ ਹੈ ਉਹਨੂੰ ਬਾਹਰ ਕੱਢਿਆ, ਬਾਹਰ ਧੁੰਦ ਪੈ ਰਹੀ ਹੈ, ਚਿੱਲ ਹੋ ਰਿਹਾ ਹੈ ਤੇ ਉਹ ਠੰਡ ਖਾ ਜਾਏਗਾ ਫਿਰ ਉਹ। ਸੋ ਉਹਦੀ ਬਾਅਦ ਦੀ ਟੇਕ ਕੇਅਰ ਜਿਹੜਾ 2-3 ਘੰਟੇ ਬਾਅਦ ਤੱਕ ਉਸ ਨੂੰ ਬਾਹਰ ਨਾ ਕੱਢੋ ਘਰੋਂ। ਅੱਛਾ, ਮੈਂ ਤੁਹਾਡੇ ਟ੍ਰੇਨਿੰਗ ਸੈਂਟਰ 'ਚ ਥੱਲੇ ਇੱਕ ਕੇਜ ਦੇ ਵਿੱਚ ਇੱਕ ਇੰਡੀ ਡੌਗ ਵੀ ਦੇਖਿਆ ਹੈਗਾ। ਯੂਜੂਅਲੀ ਮੰਨਿਆ ਜਾਂਦਾ ਹੈ ਕਿ ਜਿਹੜਾ ਇੰਡੀ ਡੌਗ ਹੈਗਾ, ਜਿਹੜਾ ਸਾਡੀ ਇੰਡੀਅਨ ਬਰੀਡ ਡੌਗ ਹੈਗੀ ਹੈ, ਉਹ ਟ੍ਰੇਨਡ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਬਹੁਤ ਸ਼ੈਤਾਨ ਹੁੰਦੇ ਨੇ ਤੇ ਉਹਨਾਂ ਨੂੰ ਨਹੀਂ ਸਿਖਾਇਆ ਜਾ ਸਕਦਾ ਕਿਉਂਕਿ ਉਹਨਾਂ ਨੂੰ ਫ੍ਰੀ ਰਹਿਣ ਦੀ ਆਦਤ ਹੁੰਦੀ ਹੈ। ਬਟ ਅੱਜ ਦੇ ਟਾਈਮ 'ਚ ਥੋੜ੍ਹਾ ਜਿਹਾ ਮਾਹੌਲ ਚੇਂਜ ਹੋ ਰਿਹਾ ਹੈ ਕਿ ਲੋਕੀ ਇੰਡੀ ਬਰੀਡ ਵੀ ਅਡਾਪਟ ਕਰ ਰਹੇ ਨੇ, ਸਟ੍ਰੇ ਡੌਗਸ ਨੂੰ ਵੀ ਅਡਾਪਟ ਕਰ ਰਹੇ ਨੇ। ਬਟ ਜੇ ਉਹ ਗਰੂਮਿੰਗ ਲਈ ਭੇਜਣਾ ਚਾਹਣ, ਜਿੱਦਾਂ ਟ੍ਰੇਨਿੰਗ ਲਈ ਭੇਜਣਾ ਚਾਹਣ, ਤਾਂ ਕਿਆ ਇੰਡੀ ਡੌਗ ਮਤਲਬ ਟ੍ਰੇਨਡ ਹੁੰਦੇ ਨੇ, ਉਹ ਰਿਸਪੌਂਸ ਕਰਦੇ ਨੇ? ਨਥਿੰਗ ਇਜ਼ ਇੰਪੋਸੀਬਲ ਇਨ ਮਾਈ ਡਿਕਸ਼ਨਰੀ। ਤੁਸੀਂ ਕੁੱਤਾ ਲਿਆਓ, ਉਹਦੀਆਂ 4 ਲੱਤਾਂ ਹੋਣੀਆਂ ਚਾਹੀਦੀਆਂ, ਉਹਦਾ ਟੈਂਪਰਾਮੈਂਟ ਕਿਹੋ ਜਿਹਾ ਅਸੀਂ ਉਹਨੂੰ ਠੀਕ ਕਰ ਦਾਂਗੇ। ਉਹਦੀ ਉਮਰ ਕਿੰਨੀ ਹੈ, ਉਹਦਾ ਟੈਂਪਰਾਮੈਂਟ ਕੀ ਹੈ, ਉਹਦੇ ਐਟੀਟਿਊਡ ਕੀ ਹੈ, ਉਹਦਾ ਬਿਹੇਵੀਅਰ ਕੀ ਹੈ, ਮੇਰੇ ਲਈ ਕੋਈ ਫਰਕ ਨਹੀਂਗਾ। ਉਹ ਨਹਾਊਗਾ ਵੀ, ਉਹਦੀ ਗਰੂਮਿੰਗ ਵੀ ਹੋਊਗੀ, ਉਹ ਟ੍ਰੇਨ ਵੀ ਹੋਊਗਾ ਅਕੋਰਡਿੰਗ ਟੂ ਓਨਰਸ ਰਿਕੁਆਇਰਮੈਂਟ। ਕਸਟਮਾਈਜ਼ ਬੇਸਡ ਟ੍ਰੇਨਿੰਗ, ਕਸਟਮਾਈਜ਼ ਬੇਸਡ ਗਰੂਮਿੰਗ, ਕਸਟਮਾਈਜ਼ ਬੇਸਡ ਹੇਅਰ ਕਟਿੰਗ, ਸਭ ਕੁਝ ਤੁਹਾਡੇ ਮੁਤਾਬਕ ਹੈ। ਦੈਟ ਮੀਨਸ ਕਿ ਇੰਡੀ ਡੌਗ ਰਿਸਪੌਂਸ ਕਰਦੇ ਨੇ। ਕੁੱਤਾ ਹੋਣਾ ਚਾਹੀਦਾ ਹੈ ਜੀ। ਇੱਕ ਮੈਨੂੰ ਕੋਈ ਗਲੀ ਦਾ ਕੁੱਤਾ ਮੈਂ ਸਿਲੈਕਟ ਕਰੂੰਗਾ, ਗਲੀ ਦਾ ਕੁੱਤਾ, ਮੈਂ ਉਸ ਨੂੰ ਟੌਪ ਵਿਨਿੰਗ ਡੌਗ ਓਬੀਡੀਐਂਸ ਬਣਾ ਦੂੰਗਾ। ਓਪਨ ਚੈਲੰਜ ਤੁਹਾਡੇ ਦਰਸ਼ਕਾਂ ਵਾਸਤੇ, ਤੁਹਾਡੇ ਵਾਸਤੇ ਵੀ ਅੱਜ ਵੀ ਖੁੱਲ੍ਹਾ ਹੈਗਾ ਕਿ ਕੁੱਤਾ ਮੈਂ ਸਿਲੈਕਟ ਕਰ ਲੂੰਗਾ ਤੇ ਉਹ ਸਾਰਿਆਂ ਨੂੰ ਹਰਾ ਕੇ ਆਊਗਾ ਓਬੀਡੀਐਂਸ ਟ੍ਰਾਇਲਸ, ਇਵਨ ਕਿ ਪੁਲਿਸ ਡੌਗਸ ਇਵਨ। ਧਾਰਨਾ ਇਹੀ ਸੁਣਨ 'ਚ ਮਿਲਦੀ ਹੈ ਕਿ ਤੁਸੀਂ ਜਦੋਂ ਡੌਗ ਪੱਪੀ ਹੈ, ਪੱਪੀ ਵਾਲੀ ਏਜ ਵਿੱਚ ਹੈ, ਤੁਸੀਂ ਉਦੋਂ ਹੀ ਉਹਨੂੰ ਟ੍ਰੇਨਡ ਕਰ ਸਕਦੇ ਹੋ। ਜਦੋਂ ਡੌਗ ਅਡਲਟ ਹੋ ਜਾਂਦਾ ਹੈ, ਮਤਲਬ ਪੁਰਾਣੇ ਡੌਗ ਨੂੰ ਜਦੋਂ ਏਜਡ ਡੌਗ ਹੋ ਜਾਂਦਾ ਹੈ ਤੇ ਉਦੋਂ ਤੁਸੀਂ ਉਹਨੂੰ ਟ੍ਰੇਨ ਨਹੀਂ ਕਰ ਸਕਦੇ। ਡੌਗ ਨੂੰ ਜਿਸ ਮਰਜ਼ੀ ਏਜ ਵਿੱਚ ਤੁਸੀਂ ਟ੍ਰੇਨਿੰਗ ਕਰ ਸਕਦੇ ਹੋ ਜਾਂ ਢਾਲ ਸਕਦੇ ਹੋ ਕਿ ਸਿਰਫ ਪੱਪੀ ਏਜ ਵਿੱਚ ਹੀ ਟ੍ਰੇਨਿੰਗ ਉਹਨੂੰ ਜ਼ਰੂਰੀ ਹੁੰਦੀ ਹੈ। ਇਹਦਾ ਸਵਾਲ ਦਾ ਜਵਾਬ ਜਿਹੜਾ ਉਹ ਸਵਾਲ ਦੇ ਵਿੱਚ ਹੈ ਕਿ ਕੀ ਅਸੀਂ ਇੱਕ 50 ਸਾਲ ਦੇ ਬੰਦੇ ਨੂੰ ਅਸੀਂ BA ਕਰਾ ਸਕਦੇ ਹਾਂ? ਮੈਂ ਅੱਜ ਵੀ 3 ਕੋਰਸ ਕਰ ਰਿਹਾ ਹੈਗਾ, ਇੰਨਾ ਲੰਬਾ ਚੌੜਾ ਐਕਸਪੀਰੀਅੰਸ ਪੂਰੀ ਜ਼ਿੰਦਗੀ ਗਾਲਣ ਦੇ ਬਾਵਜੂਦ ਸਟਿਲ ਆਮ ਅ ਲਰਨਰ। ਦੂਸਰੀ ਗੱਲ, ਤੁਸੀਂ ਇੱਥੇ ਕਿੰਨੇ ਡੌਗਸ ਮੈਂ ਤੁਹਾਨੂੰ ਦਿਖਾਏ ਨੇ, ਮੇਰੇ ਖਿਆਲ 8-10 ਤਾਂ ਹੋਣੇ ਹੈ, ਉਹਨਾਂ 'ਚ ਕੋਈ ਪਪੀ ਨਹੀਂ ਹੈ ਔਰ ਉਹਨਾਂ 'ਚ ਕੋਈ ਸ਼ਰੀਫ ਵੀ ਨਹੀਂ ਹੈ। ਤੁਹਾਡੇ ਸਾਹਮਣੇ ਇੱਕ ਨੇ ਅਟੈਕ ਕੀਤਾ ਹੈ। ਤੇ ਜੇਕਰ ਉਹ ਸੁਧਰ ਸਕਦੀ ਹੈ ਤਾਂ ਕੋਈ ਵੀ ਸਟੂਡੈਂਟ ਮਾੜਾ ਨਹੀਂ ਹੁੰਦਾ, ਹਮੇਸ਼ਾ ਟੀਚਰ ਮਾੜਾ ਹੁੰਦਾ। ਅਸੀਂ ਆਪਣੀਆਂ ਗਲਤੀਆਂ ਨੂੰ ਲੁਕਾਉਣ ਵਾਸਤੇ ਆਪ ਦਾ ਠੀਕਰਾ ਜਿਹੜਾ ਉਹ ਕੁੱਤੇ ਦੇ ਸਿਰ ਤੇ ਢਾ ਦਿੰਦੇ ਆ ਕਿ ਇਹ ਵੱਡਾ ਹੋ ਗਿਆ, ਹੁਣ ਨਹੀਂ ਸਿੱਖ ਸਕਦਾ। ਕਿਉਂ ਬਈ? ਤੁਹਾਡੇ 'ਚ ਸਿਖਾਉਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਗੁਰਬਾਣੀ ਦੀ ਕੋਟ ਕਰਦਾ ਮੈਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਬੀਗਲ ਸੀਗਾ ਜਿਹੜਾ ਉਹ ਅਗਰੈਸਿਵ ਸੀਗਾ ਤਾਂ ਉਹ ਕਿਵੇਂ ਬਿਹੇਵ ਕਰ ਰਿਹਾ ਸੀ। ਸੋ ਇਸ ਤਰ੍ਹਾਂ ਹੀ ਤੁਹਾਡੇ 'ਚ ਕਾਬਲੀਅਤ ਨਹੀਂ ਹੈ, ਤੁਸੀਂ ਕੁੱਤੇ ਨੂੰ ਦੋਸ਼ ਨਾ ਦਿਓ। ਜਿਹੜਾ ਵੱਡਾ ਕੁੱਤਾ ਉਹਨੂੰ ਸ਼ਿਵ ਕੌਸ਼ਲ ਕੋਲ ਭੇਜ ਦਿਓ, ਟ੍ਰੇਨ ਕਰ ਦਿਓ। ਸੋ ਨਾਈਸ ਆਫ ਯੂ। ਸਾਡਾ ਅਗਲਾ ਜਰਮਨ ਸ਼ੈਫਰਡ ਵੇਟ ਕਰ ਰਿਹਾ ਹੈ ਗਰੂਮਿੰਗ ਲਈ, ਤੇ ਆਓ ਦੇਖਦੇ ਹਾਂ ਕਿ ਜਰਮਨ ਸ਼ੈਫਰਡ ਦੀ ਗਰੂਮਿੰਗ ਘਰ ਦੇ ਵਿੱਚ ਰਹਿ ਕੇ ਤੁਸੀਂ ਕਿਵੇਂ ਕਰ ਸਕਦੇ ਹੋ। ਛੋਟੀਆਂ ਸਮਾਲ ਚੀਜ਼ਾਂ ਹੁੰਦੀਆਂ ਨੇ, ਜਿਵੇਂ ਸ਼ਿਵ ਕੌਸ਼ਲ ਜੀ ਨੇ ਦਿਖਾਇਆ, ਛੋਟੇ ਟੂਲਸ ਨੇ ਜਿਹੜਾ ਨਾਰਮਲੀ ਅਸੀਂ ਬਾਈ ਕਰ ਸਕਦੇ ਹਾਂ ਔਰ ਆਪਣੇ ਜਿਹੜੇ ਪੈਟ ਅਸੀਂ ਘਰ ਦੇ ਵਿੱਚ ਰੱਖੇ ਨੇ, ਡੌਗਸ ਅਸੀਂ ਘਰ ਦੇ ਵਿੱਚ ਰੱਖੇ ਨੇ, ਅਸੀਂ ਉਹਨਾਂ ਨੂੰ ਬਹੁਤ ਈਜ਼ੀਲੀ ਗਰੂਮ ਕਰ ਸਕਦੇ ਹਾਂ। ਸੋ ਆਪਣੇ ਆਪ ਨੂੰ ਸਾਫ਼ ਰੱਖਣਾ ਜਿੰਨਾ ਜ਼ਰੂਰੀ ਹੈ, ਉਨਾ ਹੀ ਸਾਫ਼ ਰੱਖਣਾ ਸਾਡੇ ਇਹਨਾਂ ਬੱਚਿਆਂ ਨੂੰ ਵੀ ਬਹੁਤ ਜ਼ਰੂਰੀ ਹੈ। ਬੱਚੇ ਆਈ ਮੀਨ ਟੂ ਸਾਈਡ 4 ਲੱਤਾਂ ਵਾਲੇ ਉਹਨਾਂ ਬੱਚਿਆਂ ਨੂੰ ਵੀ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ, ਸੀਜ਼ਨ ਚਾਹੇ ਕੋਈ ਵੀ ਚੱਲ ਰਿਹਾ ਹੋਵੇ। ਸੋ ਆਓ ਦੇਖਦੇ ਹਾਂ ਕਿ ਜਰਮਨ ਸ਼ੈਫਰਡ ਦੀ ਗਰੂਮਿੰਗ ਤੁਸੀਂ ਲੋਕ ਘਰ ਬੈਠ ਕੇ ਕਿਵੇਂ ਕਰ ਸਕਦੇ ਹੋ। ਇਹ ਓਪਰਚੁਨਿਟੀ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਕਿਉਂਕਿ ਪੈਟ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਹੈ ਹਰ ਘਰ ਦੇ ਵਿੱਚ ਹੁੰਦਾ ਹੈ। ਬਹੁਤ ਰੇਅਰ ਘਰ ਹੁੰਦੇ ਨੇ ਜਿਨ੍ਹਾਂ ਕੋਲ ਪੈਟ ਨਹੀਂ, ਬਟ 80% ਲੋਕਾਂ ਕੋਲ ਪੈਟਸ ਹੁੰਦੇ ਨੇ। ਸੋ ਆਪਣੇ ਪੈਟਸ ਦੀ ਗਰੂਮਿੰਗ ਕਿਵੇਂ ਕਰ ਸਕਦੇ ਹੋ, ਛੋਟੀ ਬਰੀਡ ਦੀ ਕਿਵੇਂ ਹੋ ਸਕਦੀ ਹੈ, ਵੱਡੀ ਬਰੀਡ ਦੀ ਕਿਵੇਂ ਹੋ ਸਕਦੀ ਹੈ, ਔਰ ਜਰਮਨ ਸ਼ੈਫਰਡ, ਲੈਬਰਾ ਐਂਡ ਗੋਲਡਨ ਰਿਟਰੀਵਰ ਇੱਦਾਂ ਦੇ ਬਰੀਡਸ ਨੇ ਜਿਹੜੇ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਪਾਏ ਜਾਂਦੇ ਨੇ। ਸੋ ਆਓ ਦੇਖਦੇ ਹਾਂ ਜਰਮਨ ਸ਼ੈਫਰਡ ਦੀ ਗਰੂਮਿੰਗ ਵਾਸਤੇ ਤੁਸੀਂ ਕਿੱਦਾਂ ਦੇ ਟੂਲਸ ਅਪਰੇਟ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਉਹਨਾਂ ਨੂੰ ਗਰੂਮ ਕਰ ਸਕਦੇ ਹੋ ਵਿੰਟਰ ਸੀਜ਼ਨ ਦੇ ਵਿੱਚ। ਆ ਜਾਓ। ਲੌਂਗ ਟੀਥ ਕੌਮ ਜਿਹੜਾ ਹੈ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਔਰ ਉਸ ਨੂੰ ਮੈਂ ਤੁਹਾਨੂੰ ਥੋੜੀ ਥਾਂ ਤੇ ਗਰੂਮ ਕਰਕੇ ਦਿਖਾਊਂਗਾ। ਰੈਬੋ, ਬੀ ਅ ਗੁੱਡ ਬॉय, ਬੀ ਅ ਗੁੱਡ ਬॉय, ਸਟੇ ਆਊਟ। ਇਸ ਨੂੰ ਅਸੀਂ ਪਾਰਟੀਸ਼ਨ 'ਚ ਗਰੂਮ ਕਰਦੇ ਹਾਂ। ਫॉर ਐਗਜ਼ਾਮਪਲ ਮੈਂ ਇਹਨੂੰ ਇੱਥੋਂ ਲਿਆ ਤੇ ਮੈਨੂੰ ਇੰਨਾ ਕੁ ਹਿੱਸਾ ਪਹਿਲਾਂ ਕਰ ਲਾਂਗਾ, ਫਿਰ ਉਸ ਤੋਂ ਬਾਅਦ ਇੱਥੇ ਚਲਾ ਜਾਵਾਂਗਾ, ਫਿਰ ਇੱਧਰ ਚਲਾ ਜਾਵਾਂਗਾ, ਫਿਰ ਇੱਧਰ ਆ ਜਾਊਂਗਾ, ਫਿਰ ਇੱਧਰ ਆ ਜਾਊਂਗਾ ਤੇ ਅਲਟੀਮੇਟਲੀ ਕੀ ਹੋਏਗਾ ਕਿ ਮੈਨੂੰ ਇਸ ਤਰ੍ਹਾਂ ਪੂਰੇ ਨੂੰ ਗਰੂਮ ਕਰ ਰਿਹਾ।
ਰੈਂਬੋ ਅਪ। ਦੇਖੋ ਪਿੱਛੋਂ ਮੈਂ ਸ਼ੁਰੂ ਕੀਤਾ ਪਹਿਲਾਂ ਇੰਨਾ, ਹੁਣ ਜੇਕਰ ਮੈਂ ਇਹਨੂੰ ਇੱਥੋਂ ਹੀ ਸ਼ੁਰੂ ਕਰ ਦੂੰਗਾ ਸਾਰੇ ਵਾਲ ਇਹਦੇ ਉਲਝ ਜਾਣਗੇ ਤੇ ਉਹ ਸਾਰੇ ਵਾਲ ਇਹਦੇ ਖਰਾਬ ਹੋ ਜਾਣਗੇ। ਉਹ ਵਿੱਚੋਂ ਜਿਹੜੀਆਂ ਗੁੰਝਲਾਂ ਪਈਆਂ ਡੈਡ ਹੇਅਰ ਨੇ ਉਹ ਸਾਰੇ ਵਿੱਚ ਫਸ ਕੇ ਤੇ ਕੁੱਤੇ ਨੂੰ ਪੇਨ ਦੇਣਗੇ। ਗਰੂਮਿੰਗ ਦਾ ਅਸਲੀ ਮਕਸਦ ਹੈਗਾ ਇੱਕ ਪਲੇਜ਼ਰ, ਇੱਕ ਇੰਜੋਇਮੈਂਟ, ਇੱਕ ਫਨ, ਇੱਕ ਖੁਸ਼ੀ। ਅਸੀਂ ਕੀ ਕਰਦੇ ਹਾਂ, ਅਸੀਂ ਕੁੱਤੇ ਨਾਲ ਕੁੱਤਾ ਘੜੀਸੀ ਸ਼ੁਰੂ ਕਰ ਦਿੰਦੇ ਹਾਂ, ਉਸ ਨਾਲ ਜ਼ਬਰਦਸਤੀ ਕਰਦੇ ਹਾਂ ਤੇ ਕੁੱਤੇ ਲਈ ਇਹ ਸਾਰੀ ਸਟੋਰੀ ਨੂੰ ਅਸੀਂ ਉਹਦੇ ਲਈ ਇੱਕ ਪਨਿਸ਼ਮੈਂਟ ਬਣਾ ਦਿੰਦੇ ਹਾਂ ਰੈਦਰ ਕਿ ਖੁਸ਼ੀ ਦੇ। ਸੋ ਬੈਕ ਸਾਈਡ ਤੋਂ ਤੁਸੀਂ ਸ਼ੁਰੂ ਕਰ ਲਓ ਜਾਂ ਤੁਸੀਂ ਇੱਥੋਂ ਹੇਠਾਂ ਤੋਂ ਸ਼ੁਰੂ ਕਰ ਲਓ। ਮੈਂ ਤੁਹਾਨੂੰ ਬੈਕ ਤੋਂ ਦਿਖਾ ਰਿਹਾ ਕਿ ਬੈਕ ਤੋਂ ਪਹਿਲਾਂ ਤੁਸੀਂ ਇੰਨਾ ਕੁ ਪੋਰਸ਼ਨ ਇਹਨੂੰ ਗਰੂਮ ਕਰੋ। ਇਹ ਵਾਲ ਅੜਨੇ ਨੇ ਇਹਦੇ, ਸੋ ਇੰਨਾ ਕੁ ਪੋਰਸ਼ਨ ਅਸੀਂ ਇੰਨਾ ਪਹਿਲਾਂ ਇਹਨੂੰ ਕਰਾਂਗੇ। ਇਹ ਵਾਲ ਅੜ ਰਹੇ ਨੇ ਇਹਦੇ, ਇੰਨਾ ਹੋ ਗਿਆ। ਅਸੀਂ ਇੱਥੋਂ ਸਟਾਰਟ ਕੀਤਾ ਸੀ, ਹੁਣ ਮੈਂ ਇੱਥੋਂ ਚੱਕੂੰਗਾ ਇਸ ਨੂੰ। ਇਹ ਇੱਥੋਂ ਕਰਤਾ ਮੈਂ, ਇਹ ਦੇਖੋ ਇਹ ਵਾਲ ਫਸ ਗਏ, ਇਹ ਵਾਲ ਫਸ ਰਹੇ ਨੇ, ਤਾਂ ਮੈਂ ਇੱਥੋਂ ਸਟਾਰਟ ਕਰਕੇ ਇੰਜ ਕਰਨਾ ਸ਼ੁਰੂ ਕਰਾਂਗਾ। ਇਹ ਲੌਂਗ ਟੀਥ ਕੌਮ ਹੈ। ਇਹ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਕੌਮ ਹੈ ਡੌਗ ਦੀ ਸਕਿਨ ਤੱਕ ਆਵੇ ਤੇ ਜ਼ੋਰ ਨਹੀਂ ਮਾਰਨਾ ਕਿ ਚਮੜੀ ਛਿੱਲੀ ਨਾ ਜਾਵੇ ਉਹਦੀ। ਦਰਸ਼ਕੋ ਤੁਹਾਨੂੰ ਇੱਕ ਵਧੀਆ ਗੱਲ ਦੱਸਣੀ ਚਾਹੂੰਗਾ, ਕਦੇ ਵੀ ਆਪਦੇ ਕੁੱਤੇ ਦੇ ਨਾਖੂਨ ਘਰੇ ਕੱਟਣ ਦੀ ਕੋਸ਼ਿਸ਼ ਨਾ ਕਰਿਆ ਜੀ, ਕਿਉਂਕਿ ਸਾਡੇ ਨਖੂਨਾਂ 'ਚ ਬਲੱਡ ਵੈਸਲਸ ਹੁੰਦੇ ਨੇ ਤੇ ਡੌਗ ਦੇ ਜਿਹੜੇ ਨਹੁੰ ਹੁੰਦੇ ਹੈਗੇ ਆ ਉਹਨਾਂ ਦੇ ਵਿੱਚ ਅੰਦਰ ਵੇਨ ਹੁੰਦੀ ਹੈ, ਔਰ ਜੇ ਵੇਨ ਕੱਟ ਗਈ ਤਾਂ ਬਲੀਡਿੰਗ ਰੋਕਣੀ ਬਹੁਤ ਔਖੀ ਹੋ ਜਾਂਦੀ ਹੈ। ਇਸ ਕਰਕੇ ਮੈਂ ਇਸ ਸਾਰੇ ਪ੍ਰੋਗਰਾਮ 'ਚ ਤੁਹਾਨੂੰ ਨਖੂਨ ਕੱਟਣੇ ਨਹੀਂ ਦੱਸ ਰਿਹਾ, ਨਹੁੰ ਵੱਢਣੇ ਨਹੀਂ ਦੱਸ ਰਿਹਾ। ਹੁਣ ਜਿਵੇਂ ਮੈਂ ਰਾਤੀ ਸੌਣਾ ਹੈਗਾ ਤਾਂ ਸਵੇਰ ਨੂੰ ਮੇਰੇ ਵਾਲਾਂ ਦੀ ਗੁੰਝਲਾਂ ਬਣ ਜਾਂਦੀਆਂ, ਉਵੇਂ ਇਹਨਾਂ ਦੀ ਡੇਲੀ ਗਰੂਮਿੰਗ ਰਿਕੁਆਇਰਡ ਹੈਗੀ ਹੈ। ਜਿੱਦਾਂ ਤੁਸੀਂ ਦੱਸਿਆ ਕਿ ਗਰੂਮਿੰਗ ਕਰਨਾ ਰੋਜ਼ ਦੇ ਰੋਜ਼ ਬੜਾ ਇੰਪੋਰਟੈਂਟ ਚੀਜ਼ ਹੈ। ਮੈਂ ਤੁਹਾਨੂੰ ਦੇਖਿਆ ਤੁਸੀਂ ਗਰੂਮਿੰਗ ਕਰਦੇ ਕਰਦੇ ਕੌਮ ਤੋਂ ਇਲਾਵਾ ਤੁਸੀਂ ਡੌਗਸ ਦੀ ਅੱਖਾਂ ਵੀ ਬਹੁਤ ਸੋਹਣੇ ਤਰੀਕੇ ਨਾਲ ਸਾਫ਼ ਕਰਨਾ ਦੱਸਿਆ ਦਰਸ਼ਕਾਂ ਨੂੰ। ਜਿਹੜੀਆਂ ਅੱਖਾਂ ਨੇ ਉਹਨਾਂ ਦੇ ਕੋਲ ਜਿਹੜੀ ਗਿੱਡ ਆਉਂਦੀ ਹੈ ਨਾ, ਅਸੀਂ ਆਪਣੀਆਂ ਵੀ ਸਾਫ਼ ਕਰਦੇ ਹਾਂ ਰੋਜ਼, ਤੇ ਡੌਗ ਦੀਆਂ ਮੈਂ ਕਈ ਘਰਾਂ 'ਚ ਦੇਖਿਆ ਨਹੀਂ ਕਰਦੇ ਹੈਗੇ ਕਲੀਨ, ਤੇ ਉਹਦਾ ਕੋਈ ਸਾਈਡ ਇਫੈਕਟ ਵੀ ਹੁੰਦਾ ਜੇ ਅਸੀਂ ਗਿੱਡ ਸਾਫ਼ ਨਹੀਂ ਕਰਦੇ? ਬਹੁਤ ਨਾਰਮਲ ਗੱਲ ਹੈ, ਕੁੱਤੇ ਦੀਆਂ ਅੱਖਾਂ 'ਚ ਇਨਫੈਕਸ਼ਨ ਹੋ ਜਾਊਗੀ ਤੇ ਉਹ ਇਚਿੰਗ ਕਰਦਾ ਰਹੇਗਾ। ਜੇ ਇਨਫੈਕਸ਼ਨ ਜ਼ਿਆਦਾ ਹੋਈ, ਇਰੀਟੇਸ਼ਨ ਹੋਈ ਤੇ ਕੁੱਤਾ ਕੀ ਕਰਦਾ, ਕਈ ਵਾਰੀ ਇਸ ਤਰ੍ਹਾਂ ਪੰਜੇ ਮਾਰਦਾ ਹੈ, ਉਹਦੇ ਨਾਲ ਉਹਦੇ ਆਈ ਇੰਜਰੀ ਹੋ ਜਾਂਦੀ ਹੈ। ਔਰ ਕਈ ਕੁੱਤੇ ਵਿਚਾਰੇ ਕਾਣੇ ਜਾਂ ਅੰਨੇ ਵੀ ਹੋ ਜਾਂਦੇ ਨੇ ਸਿਰਫ ਇਸੇ ਪ੍ਰੋਬਲਮ ਕਰਕੇ। ਸੋ ਫਿਰ ਕਹੂੰਗਾ ਕਿ ਰੱਖੋ ਤੇ ਰੂਹ ਨਾਲ ਰੱਖੋ, ਜਿੰਨਾ ਤੁਸੀਂ ਆਪਣੇ ਕੁੱਤੇ ਨੂੰ ਦਿਓਗੇ ਓਨਾ ਹੀ ਤੁਹਾਨੂੰ ਵਾਪਸ ਉੱਪਰ ਵਾਲਾ ਤੁਹਾਨੂੰ ਵਾਪਸ ਕਰ ਦੂ, ਔਰ ਕੁੱਤਾ ਹੀ ਦੇ ਦੂਗਾ। ਕੁੱਤੇ ਸਭ ਤੋਂ ਉੱਤੇ। ਤੇ ਇਨ ਵਿੰਟਰ ਸੀਜ਼ਨ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਕਲੀਨ ਕਰ ਸਕਦੇ ਹਾਂ ਸੋ ਦੈਟ ਕਿ ਉਹ ਪਾਉ ਵੀ ਉਹਦੇ ਸਾਫ਼ ਰਹਿਣ ਐਂਡ ਬੋਡੀ ਵੀ ਉਹਦੀ ਸਾਫ਼ ਰਹੇ? ਵੈਟ ਵਾਈਪਸ ਜਾਂ ਵੈਟ ਟਾਵਲ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ? ਬਹੁਤ ਸਾਰੇ ਮਾਰਕੀਟ ਸਪਰੇਜ਼ ਵੀ ਨੇ ਜਿਹੜੇ ਕਿ ਤੁਸੀਂ ਮਾਰੋ, ਕੁੱਤੇ ਦੇ ਸਪਰੇ ਮਾਰੋ ਪੈਰਾਂ ਦੇ ਉੱਤੇ ਤੇ ਉਹ ਸੈਨੀਟਾਈਜ਼ ਹੋ ਜਾਂਦੇ ਨੇ। ਦੂਸਰਾ, ਤੁਸੀਂ ਉਹਨਾਂ ਨੂੰ ਜਦੋਂ ਵੀ ਸਾਫ਼ ਕਰੋ, ਸਾਫ਼ ਕਰਨਾ ਤਾਂ ਬਹੁਤ ਸੌਖਾ ਹੈ, ਉਹਨੂੰ ਰੋਜ਼ ਧੋਣਾ ਵੀ ਬੜਾ ਸੌਖਾ ਹੈ, ਪਰੰਤੂ ਉਸ ਨੂੰ ਡਰਾਈ ਜ਼ਰੂਰ ਕਰੋ, ਉਹਨੂੰ ਗਿੱਲਾ ਨਾ ਰਹਿਣ ਦਿਓ। ਜੇ ਗਿੱਲਾ ਰਹੂਗਾ ਤੇ ਪੈਰਾਂ 'ਚ ਬਹੁਤ ਕੁੱਤਿਆਂ 'ਤੇ ਦੇਖਦੇ ਹਾਂ ਕਿ ਉਹਨਾਂ ਦੇ ਫੰਗਲ ਇਨਫੈਕਸ਼ਨ ਹੋਈ ਹੁੰਦੀ ਹੈ। ਅਸੀਂ ਸ਼ਾਰਟਕਟਸ ਜ਼ਿੰਦਗੀ 'ਚ ਹਮੇਸ਼ਾ ਸਾਨੂੰ ਤੰਗ ਕਰਦੇ ਨੇ। ਤੁਸੀਂ ਜੋ ਵੀ ਕਰੋ, ਮਨੋਂ ਕਰੋ, ਦਿਲੋਂ ਕਰੋ ਤੇ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ। ਹਾਂ, ਉਹਨੂੰ ਵੈਟ ਵਾਈਪ ਨਾਲ ਸਾਫ਼ ਕਰੋ, ਕੋਈ ਨੁਕਸਾਨ ਨਹੀਂ। ਜੇ ਤੁਸੀਂ ਉਹਨੂੰ ਗਿੱਲਾ ਕਰਦੇ ਹੋ, ਉਹ ਗਿੱਲਾ ਹੋ ਗਿਆ ਉਹ ਡੌਗ। ਜੇ ਉਹਨੂੰ ਧੋਤਾ ਹੈ ਤੁਸੀਂ ਤਾਂ ਉਹਨੂੰ ਡਰਾਈ ਕਰੋ, ਯੂਜ਼ ਡਰਾਇਰ। ਪਰ ਡਰਾਇਰ ਦੇ ਵਿੱਚ ਇੱਕ ਹੋਰ ਚੀਜ਼ ਕਹੂੰਗਾ ਮੈਂ, ਕਦੇ ਵੀ ਹੀਟ ਯੂਜ਼ ਨਾ ਕਰੋ ਡਰਾਇਰ ਦੀ। ਡੌਗ ਦੀ ਸਕਿਨ ਬੜੀ ਸੈਂਸਿਟਿਵ ਹੁੰਦੀ ਹੈ, ਸੋ ਉਹਨੂੰ ਯੂਜ਼ ਨਾ ਕਰੋ। ਜੇ ਕਰੋ ਤਾਂ ਅਗਰ ਆਪਣਾ ਹੱਥ ਇਸ ਤਰ੍ਹਾਂ ਰੱਖੋ ਤੇ ਇਸ ਤਰ੍ਹਾਂ ਡਰਾਇਰ ਯੂਜ਼ ਕਰੋ। ਜਦੋਂ ਤੁਹਾਨੂੰ ਲੱਗਦਾ ਤੁਹਾਡੇ ਹੱਥ ਜ਼ਿਆਦਾ ਗਰਮ ਲੱਗ ਰਿਹਾ, ਸਵਿਚ ਆਫ ਦਾ ਹੀਟਰ। ਸੋ ਉਹਨੂੰ ਡਰਾਈ ਪ੍ਰੋਪਰ ਕਰੋ। ਡੇਲੀ ਸਾਫ਼ ਕਰ ਸਕਦੇ ਹਾਂ, ਵੈਟ ਵਾਈਪਸ ਨਾਲ ਕਰ ਸਕਦੇ ਹਾਂ ਅਸੀਂ। ਔਰ ਜਿਹੜੀਆਂ ਅੱਖਾਂ ਹੈਗੀਆਂ ਡੌਗ ਦੀਆਂ, ਉਹ ਤੁਸੀਂ ਜਿਹੜੇ ਨਾਰਮਲ ਮਾਰਕੀਟ ਦੇ ਵਿੱਚ ਜਿਹੜੇ ਵਾਈਪਸ, ਵੈਟ ਵਾਈਪਸ ਮਿਲਦੇ ਆ, ਜਿਨ੍ਹਾਂ 'ਚ ਕੋਈ ਖੁਸ਼ਬੂ ਆਉਂਦੀ ਹੈ, ਫ੍ਰੈਗਰੈਂਸ ਹੁੰਦੀ ਹੈ, ਉਹਨਾਂ ਨਾਲ ਕਦੇ ਨਾ ਕਰੋ। ਤੁਸੀਂ ਰੂਹ ਲਓ, ਰੂਹ ਨੂੰ ਸਕਵੀਜ਼ ਕਰੋ ਚੰਗੀ ਤਰ੍ਹਾਂ, ਪਾਣੀ 'ਚ ਡਿਪ ਕਰੋ, ਸਕਵੀਜ਼ ਕਰੋ ਚੰਗੀ ਤਰ੍ਹਾਂ, ਔਰ ਹਲਕੇ ਹੱਥ ਨਾਲ ਉਹਦੀਆਂ ਅੱਖਾਂ ਸਾਫ਼ ਕਰੋ। ਜਿੱਦਾਂ ਦੰਦ ਸਾਫ਼ ਕਰਨਾ ਕਿੰਨਾ ਜ਼ਰੂਰੀ ਹੈ ਡੌਗ ਦੇ? ਬਹੁਤ ਜ਼ਿਆਦਾ ਜ਼ਰੂਰੀ ਹੈ। ਚਲੋ ਅਗਲੇ ਵਿੱਚ ਮੈਂ ਤੁਹਾਨੂੰ ਡੌਗ ਦੇ ਟੀਥ ਬਰਸ਼ਿੰਗ ਕਰਨਾ ਵੀ ਸਿਖਾਊਂਗਾ ਕਿ ਉਹਨੂੰ ਅਸੀਂ ਟੀਥ ਬਰਸ਼ਿੰਗ ਕਿਵੇਂ ਕਰ ਸਕਦੇ ਹਾਂ। ਉਹਦੇ ਵਿੱਚ ਸਭ ਤੋਂ ਵਧੀਆ ਹੈਗਾ ਕਿ ਲੂਣ ਤੇਲ। ਸਾਡੇ ਪੁਰਖੇ ਕਹਿੰਦੇ ਹੁੰਦੇ ਸੀ
ਕਿ ਲੂਣ ਤੇਲ ਕਰੋ ਜਾਂ ਦਾਤਨ ਕਰੋ। ਲੂਣ ਤੇਲ ਨਮਕ ਲਓ, ਨਮਕ ਦੇ ਨਾਲ ਥੋੜਾ ਜਿਹਾ ਤੇਲ ਸਰੋਂ ਦਾ ਪਾਓ ਉਸ ਨੂੰ, ਔਰ ਉਹਦੇ ਤੁਸੀਂ ਬ੍ਰਸ਼ਿੰਗ ਕਰੋ, ਵੀਕਲੀ ਬ੍ਰਸ਼ਿੰਗ ਕਰੋ, ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ। ਜੇ ਅਸੀਂ ਨਹੀਂ ਕਰਦੇ ਤਾਂ ਉਹਦੇ ਨੁਕਸਾਨ ਵੀ ਹੈ, ਤੇ ਕੀ ਨੁਕਸਾਨ ਨੇ? ਡੌਗ ਦੇ ਦੰਦ ਖਰਾਬ ਹੋਣੇ ਸ਼ੁਰੂ ਹੋਣਗੇ, ਉਹਦੇ ਜਿਹੜੇ ਗਮਸ ਹੈਗੇ ਆ, ਮਸੂੜੇ ਹੈ, ਉਹਨਾਂ 'ਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜੂਗੀ। ਅਲਟੀਮੇਟਲੀ ਉਹਦੇ ਟਿਊਮਰਸ ਜਾਂ ਕੈਂਸਰ ਬੰਦੇ ਵੀ ਵੇਖੇ ਨੇ, ਮੇਰੇ ਕੋਲ ਆਏ ਨੇ ਕੁੱਤੇ, ਕਈ ਆਉਂਦੇ ਨੇ। ਸੋ ਬੈਟਰ ਹੈ ਕਿ ਤੁਸੀਂ ਉਹਦੇ ਦੰਦਾਂ ਦਾ ਹਾਈਜੀਨ ਰੱਖੋ, ਔਰ ਉਹਨੂੰ ਬਚਪਨ ਤੋਂ ਟ੍ਰੇਨ ਕਰੋ ਕਿ ਤੁਸੀਂ ਉਹਦੇ ਦੰਦ ਸਾਫ਼ ਕਰਨੇ ਨੇ। ਦੰਦ ਸਾਫ਼ ਕਰਨ ਦਾ ਜਿਹੜਾ ਪ੍ਰੋਸੀਜਰ ਹੈ, ਤੁਸੀਂ ਉਸ ਨੂੰ ਕੁੱਤੇ ਵਾਸਤੇ ਇੱਕ ਸਵਾਦ ਵਾਲਾ ਕਿੱਤਾ ਬਣਾਓ, ਨਾ ਕਿ ਉਹਦੇ ਲਈ ਟਾਰਚਰ ਬਣਾਓ। ਔਰ ਇੱਕ ਚੀਜ਼ ਦਾ ਧਿਆਨ ਰੱਖਣਾ, ਵੱਡੇ ਕੁੱਤੇ ਦੇ ਦੰਦ ਸਾਫ਼ ਕਰਨ ਲੱਗੇ ਆਪਦੀ ਸੇਫਟੀ ਜ਼ਰੂਰ ਕਰ ਲੈਣਾ, ਕਿ ਐਂ ਨਾ ਹੋਵੇ ਪਹਿਲੇ ਦਿਨ ਦਰਸ਼ਕ ਸਾਰੇ ਆਪਦੇ ਬ੍ਰਸ਼ ਫੜ ਕੇ ਕੁੱਤੇ ਨਾਲ ਲੱਗੇ ਨੇ ਤੇ ਕੁੱਤੇ ਨੇ ਦੰਦ ਮਾਰਤਾ। ਸੋ ਆਪਣੀ ਸੇਫਟੀ ਰੱਖ ਕੇ ਦੰਦ ਸਾਫ਼ ਕਰੋ, ਔਰ ਨਹੀਂ ਤਾਂ ਆਪਣੇ ਜਿਹੜੇ ਪਪੀਜ਼ ਰੱਖਦੇ ਨੇ ਬਚਪਨ ਤੋਂ ਹੀ ਉਹਨਾਂ ਨੂੰ ਇੱਕ ਆਦਤ ਪਾਓ ਤਾਂ ਕਿ ਉਹ ਤੁਹਾਨੂੰ ਕੰਫਰਟੇਬਲੀ ਦੰਦ ਸਾਫ਼ ਕਰਨ। ਸ਼ਿਵ ਕੌਸ਼ਲ ਜੀ, ਇੱਕ ਸਵਾਲ ਹੋਰ ਮੇਰੇ ਮਨ 'ਚ ਆਇਆ ਕਿ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਡੌਗਸ ਦੀ, ਹੈ ਨਾ, ਕਈ ਘਰਾਂ ਦੇ ਵਿੱਚ ਪੈਟ ਦੇ ਰੂਪ ਦੇ ਵਿੱਚ ਲੋਕਾਂ ਨੇ ਕੈਟਸ ਵੀ ਰੱਖੇ ਹੋਏ ਨੇ, ਤੇ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ? ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਡੌਗ ਦੀ ਗਰੂਮਿੰਗ ਦੀ, ਹੈ ਨਾ, ਤੇ ਪੈਟ ਨੂੰ ਵੀ ਜਿਹੜਾ ਪੈਟ ਕਹਿ ਰਹੀ ਹਾਂ ਸੌਰੀ, ਜਿਹੜੀ ਕੈਟ ਹੈ ਉਹਨੂੰ ਵੀ ਰੈਗੂਲਰ ਇੱਦਾਂ ਗਰੂਮਿੰਗ ਦੀ ਜ਼ਰੂਰਤ ਪੈਂਦੀ ਹੈ? ਸਾਡੇ ਕੋਲ ਕੈਟਸ ਵੀ ਆਉਂਦੀਆਂ ਨੇ, ਪਰਸ਼ੀਅਨ ਕੈਟਸ ਆਉਂਦੀਆਂ ਗਰੂਮਿੰਗ ਵਾਸਤੇ, ਹੇਅਰ ਕੱਟ ਵਾਸਤੇ, ਸੇਮ ਪ੍ਰੋਸੀਜਰ ਹੈ। ਬਟ ਕੈਟ ਦੇ ਵਿੱਚ ਕੀ ਹੁੰਦਾ ਕਿ ਉਹਦੀ ਸਕਿਨ ਜਿਹੜੀ ਹੈ ਬੜੀ ਪਤਲੀ ਹੁੰਦੀ ਹੈ। ਜਦੋਂ ਤੁਸੀਂ ਕੈਟ ਨੂੰ ਗਰੂਮ ਕਰ ਰਹੇ ਹੋ ਤਾਂ ਉਹਦੇ ਨਾਲ ਧੱਕਾ ਨਾ ਕਰੋ, ਜ਼ਬਰਦਸਤੀ ਨਾ ਕਰੋ, ਕਿਉਂਕਿ ਜੇ ਤੁਸੀਂ ਜ਼ੋਰ ਦੀ ਉਹਦੀ ਖਿੱਚ ਦਿੱਤਾ ਉਹਦੀ ਸਕਿਨ ਛਿਲਕੇ ਵਾਂਗੂ ਫਟ ਜੂਗੀ। ਬਹੁਤ ਪਤਲੀ ਸਕਿਨ ਹੁੰਦੀ ਹੈ ਕੈਟ ਦੀ ਜੀ। ਉਹਦੇ ਵੀ ਦੰਦ, ਕੰਨ, ਨੱਕ ਇਵੇਂ ਹੀ ਸਾਫ਼ ਕਰਨੇ ਪੈਂਦੇ ਨੇ ਜਿਵੇਂ? ਬਿਲਕੁਲ। ਸਾਡੇ ਦਰਸ਼ਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਗਰੂਮਿੰਗ ਹੈ ਇਹ ਵੀ ਇੱਕ ਟ੍ਰੇਨਿੰਗ ਹੈ। ਤੁਸੀਂ ਗਰੂਮਿੰਗ ਸੈਸ਼ਨ ਨੂੰ ਇੰਨਾ ਮਜ਼ੇਦਾਰ ਬਣਾ ਲਓ ਕਿ 2 ਮਹੀਨੇ ਬਾਅਦ ਕੁੱਤਾ ਤਾਂ ਕੰਘੀ ਚੱਕ ਕੇ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਕਹੇ ਕਿ ਮੈਨੂੰ ਹੁਣ ਗਰੂਮ ਕਰ। ਉਹਨੂੰ ਟਾਰਚਰ ਨਾ ਕਰੋ, ਉਸ ਨੂੰ ਇੱਕ ਪਲੇਜਰੇਬਲ ਜੌਬ ਬਣਾ ਦਿਓ ਜੀ। ਥੈਂਕ ਯੂ ਸੋ ਮਚ। ਅਸੀਂ ਹੁਣ ਆਪਣੇ ਅਗਲੇ 골ਡਨ ਰਿਟਰੀਵਰ ਵੱਲ ਵਧਾਂਗੇ ਤੇ ਦੇਖਾਂਗੇ ਕਿ ਉਹਨੂੰ ਕਿੱਦਾਂ ਗਰੂਮ ਕੀਤਾ ਜਾ ਸਕਦਾ ਹੈ। ਸੀ ਦੇਖੋ, ਗਰੂਮਿੰਗ ਦੇ ਕਿੰਨੇ ਸਾਰੇ ਬੈਨੀਫਿਟਸ ਨੇ। ਡੌਗ ਦਾ ਬਲੱਡ ਸਰਕੂਲੇਸ਼ਨ ਵਾਪਸ ਉਸੇ ਤਰ੍ਹਾਂ ਨਾਰਮਲ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਉਹਨੂੰ ਹੈਪੀਨੈਸ ਫੀਲ ਹੁੰਦਾ ਹੈ, ਉਹਨੂੰ ਮਜ਼ਾ ਆਉਂਦਾ ਹੈ, ਉਹਨੂੰ ਰਿਲੈਕਸੇਸ਼ਨ ਮਿਲਦਾ ਹੈ, ਉਹਦੀ ਬਾਡੀ ਨੂੰ ਹਵਾ ਮਿਲਦੀ ਹੈ, ਉਹਦੀ ਸਕਿਨ ਤੱਕ ਜਿਹੜੀ ਹਵਾ ਉਹਦੇ ਬਾਲਾਂ ਕਰਕੇ ਨਹੀਂ ਜਾ ਸਕਦੀ ਉਹ ਵੀ ਜਾਂਦੀ ਹੈ ਕੌਮ ਕਰਨ ਨਾਲ। ਦੰਦ ਸਾਫ਼ ਕਰਨਾ ਕਿੰਨਾ ਇੰਪੋਰਟੈਂਟ ਹੈ। ਦੇਖੋ ਅਸੀਂ ਸਵੇਰੇ ਉੱਠ ਕੇ ਰੋਜ਼ ਬ੍ਰਸ਼ ਕਰਦੇ ਹਾਂ, ਇਵੇਂ ਡੌਗਸ ਲਈ ਵੀ ਕਿੰਨਾ ਜ਼ਰੂਰੀ ਦੱਸਿਆ ਸ਼ਿਵ ਕੌਸ਼ਲ ਜੀ ਨੇ ਕਿ ਦੰਦ ਸਾਫ਼ ਕਰਨਾ ਕਿੰਨਾ ਜ਼ਰੂਰੀ ਹੈ, ਨਹੀਂ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਹੈ, ਗਮਸ ਇਨਫੈਕਸ਼ਨ ਹੋ ਸਕਦੇ ਨੇ। ਇਨਫੈਕਟ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਅਸੀਂ ਕੁਝ ਵੀ ਚੀਜ਼ ਖਾਂਦੇ ਹਾਂ ਤਾਂ ਉਹ ਚੀਜ਼ ਅਸੀਂ ਆਪਣੇ ਮੂੰਹ ਦੇ ਜ਼ਰੀਏ, ਦੰਦਾਂ ਦੇ ਜ਼ਰੀਏ ਚਬਾ ਕੇ ਖਾਂਦੇ ਹਾਂ। ਤੇ ਮੈਨੂੰ ਲੱਗਦਾ ਪੈਟਸ ਵੀ ਇੱਦਾਂ ਖਾਂਦੇ ਨੇ ਘਰਾਂ ਦੇ ਵਿੱਚ, ਆਪਣੇ ਮੂੰਹ ਆਪਣੇ ਦੰਦਾਂ ਨਾਲ ਚਬਾ ਕੇ ਆਪਣੇ ਪੇਟ ਤੱਕ ਲੈ ਕੇ ਜਾਂਦੇ ਨੇ। ਤੇ ਆਫ ਕੋਰਸ ਜੇ ਦੰਦ ਖਰਾਬ ਹੋਣਗੇ ਜਾਂ ਬੈਕਟੀਰੀਅਲ ਇਨਫੈਕਟਡ ਹੋਣਗੇ ਤਾਂ ਇਨਫੈਕਸ਼ਨ ਸਾਡੇ ਅੰਦਰ ਸਟਮਕ 'ਚ ਵੀ ਗਈ, ਆਈ ਮੀਨ ਪੈਟ ਦੇ ਵੀ ਸਟਮਕ 'ਚ ਗਈ, ਤੇ ਜਦੋਂ ਪੈਟ ਦੇ ਸਟਮਕ 'ਚ ਬੈਕਟੀਰੀਅਲ ਇਨਫੈਕਸ਼ਨ ਗਈ ਤਾਂ ਆਫ ਕੋਰਸ ਉਹਨੂੰ ਹੈਲਥ ਇਸ਼ੂਜ਼ ਵੀ ਆ ਸਕਦੇ ਨੇ। ਸੋ ਗਰੂਮ ਕਰਨਾ ਬਹੁਤ ਇੰਪੋਰਟੈਂਟ ਹੈ। ਜਿੱਦਾਂ ਉਹਨਾਂ ਨੇ ਦੱਸਿਆ ਅੱਖਾਂ ਸਾਫ਼ ਕਰਨੀਆਂ ਵੀ ਬਹੁਤ ਇੰਪੋਰਟੈਂਟ ਹੈ, ਨਹੀਂ ਤੇ ਉਹ ਅੱਖਾਂ ਤੇ ਆਪਣੇ ਪਾਅ ਦੇ ਨਾਲ ਆਪਣੀਆਂ ਅੱਖਾਂ ਨੂੰ ਡੈਮੇਜ ਕਰਨ ਦੇ ਵੀ ਚਾਂਸਸ ਕਰ ਸਕਦਾ ਹੈ। ਸੋ ਇਦਾਂ ਦੇ ਕਿੰਨੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪੈਟਸ ਦੇ ਨਾਲ ਵੀ। ਜੇ ਅਸੀਂ ਉਹਨਾਂ ਨੂੰ ਗਰੂਮ ਕਰਦੇ ਰਵਾਂਗੇ ਤਾਂ ਸ਼ਾਇਦ ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਇਸ਼ੂਜ਼ ਹੈਲਥ ਨਾਲ ਰਿਲੇਟਡ ਉਹਨਾਂ ਨੂੰ ਕਦੇ ਨਾ ਆਉਣਗੇ, ਔਰ ਇਹ ਮਤਲਬ ਉਹਦੀ ਹੈਪੀਨੈਸ ਦਾ ਵੀ ਇੱਕ ਜ਼ਰੀਆ ਹੈਗਾ, ਉਹ ਖੁਸ਼ ਵੀ ਰਹਿ ਸਕਦਾ ਇਹਦੇ ਨਾਲ, ਰਹਿੰਦਾ ਹੈ। ਇਨਫੈਕਟ ਅਸੀਂ ਹੁਣੇ ਦੇਖਿਆ ਵੀ ਉਹਨਾਂ ਨੇ ਸਾਨੂੰ 2-3 ਬਰੀਡਸ ਨੂੰ ਉਹਨਾਂ ਨੇ ਗਰੂਮ ਕਰਕੇ ਦਿਖਾਇਆ, ਔਰ ਦਿਖਾਇਆ ਕਿ ਕਿੱਦਾਂ ਪੈਟ ਵੇਵ ਕਰਦਾ ਹੈ, ਟੇਲ ਉਹਦੀ ਕਿੱਦਾਂ ਵੇਵ ਕਰਦੀ ਹੈ। ਦੈਟ ਮੀਨਸ ਕਿ ਉਹ ਕਿੰਨਾ ਖੁਸ਼ ਹੁੰਦਾ ਹੈ, ਕਿੰਨਾ ਰਿਲੈਕਸੇਸ਼ਨ ਫੀਲ ਕਰਦਾ ਹੈ ਜਦੋਂ ਉਹਨੂੰ ਗਰੂਮ ਕੀਤਾ ਜਾਂਦਾ ਹੈ। ਜਿੱਦਾਂ ਉਹਨਾਂ ਨੇ ਕੰਨ ਸਾਫ਼ ਕਰਨ ਦਾ ਬਹੁਤ ਸੋਹਣਾ ਤਰੀਕਾ ਦੱਸਿਆ। ਯੂਜੂਅਲੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਡੌਗ ਦੇ ਕੰਨ ਕਿੱਦਾਂ ਸਾਫ਼ ਕਰਨੇ ਨੇ। ਕੰਨਾਂ ਦੇ ਵਿੱਚ ਵੈਕਸੀਨ ਜਦੋਂ ਜੰਮਦੀ ਹੈ ਕਿੰਨੀ ਸਮੈਲ ਆਉਂਦੀ ਹੈ ਡੌਗਸ ਦੇ ਕੰਨਾਂ 'ਚੋਂ, ਹੈ ਨਾ। ਸੋ ਡੌਗ ਦੇ ਕੰਨਾਂ 'ਚੋਂ ਸਮੈਲ ਆਉਂਦੀ ਹੈ, ਦੈਟ ਮੀਨਸ ਕਿ ਪੂਰਾ ਦਾ ਪੂਰਾ ਪੈਟ ਸਾਨੂੰ ਸਮੈਲੀ ਲੱਗਦਾ ਹੈ। ਸੋ ਸਮੈਲੀ ਇਸੇ ਕਰਕੇ ਲੱਗਦਾ ਕਿਉਂਕਿ ਕੰਨਾਂ 'ਚ ਵੈਕਸ ਹੁੰਦੀ ਹੈ ਔਰ ਉਹਦੀ ਸਮੈਲ ਹੁੰਦੀ ਹੈ। ਸੋ ਡੌਗ ਦੇ ਕੰਨ ਸਾਫ਼ ਕਰੋ, ਆਪਣੇ ਪੈਟ ਦੇ ਕੰਨ ਸਾਫ਼ ਕਰੋ। ਜਿੱਦਾਂ ਉਹਨਾਂ ਨੇ ਦੱਸਿਆ ਕਿ ਉਂਗਲੀ ਉੱਤੇ ਰੂੰ ਪਾ ਕੇ ਤੁਸੀਂ ਜਿੱਥੇ ਤੱਕ ਤੁਹਾਡੀ ਉਂਗਲੀ ਚਾਹੁੰਦੀ ਹੈ ਆਰਾਮ ਨਾਲ ਈਜ਼ੀਲੀ ਉਹਨੂੰ ਸਾਫ਼ ਕਰੋ, ਸੋ ਦੈਟ ਕਿ ਉਹਨੂੰ ਹਰਟ ਵੀ ਨਾ ਹੋਵੇ। ਮਤਲਬ ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਇੰਨਾ ਪਿਆਰ ਨਾਲ ਉਹਨੂੰ ਗਰੂਮ ਕਰਨਾ ਹੈ, ਉਹਦੀ ਹਰ ਚੀਜ਼ ਨੂੰ, ਉਹਦੇ ਅੱਖ, ਕੰਨ, ਨੱਕ, ਉਹਦੇ ਮੂੰਹ ਨੂੰ, ਉਹਦੀ ਬਾਡੀ ਨੂੰ, ਤਾਂ ਕਿ ਉਹ ਪੈਟ ਖੁਸ਼ੀ ਨਾਲ ਇੱਕ ਟਾਈਮ ਇੱਦਾਂ ਦਾ ਆਵੇ ਕਿ ਕੰਘੀ ਲੈ ਕੇ ਖੁਦ ਤੁਹਾਡੇ ਕੋਲ ਚੱਲ ਕੇ ਆਵੇ ਕਿ ਮੈਨੂੰ ਕਿੱਦਾਂ ਗਰੂਮ ਕਰਨਾ ਹੈ ਜਾਂ ਮੈਨੂੰ ਪਲੀਜ਼ ਗਰੂਮ ਕਰ ਦਿਓ, ਤਾਂ ਕਿ ਜਿਹੜੀ ਖੁਸ਼ੀ ਉਹਨੂੰ ਮਿਲਦੀ ਆ ਰਹੀ ਹੈ ਉਹ ਤੁਹਾਡੇ ਪਿਆਰ ਐਂਡ ਸੌਫਟਨੈਸ ਨਾਲ ਹੀ ਮਿਲੇਗੀ। ਸੋ ਇਵੇਂ ਹੀ ਤੁਸੀਂ ਆਪਣੇ ਪੈਟਸ ਨੂੰ ਗਰੂਮ ਕਰਦੇ ਰਹੋ। ਆਓ ਹੁਣ ਦੇਖਦੇ ਹਾਂ 골ਡਨ ਰਿਟਰੀਵਰ ਦੀ, ਤੇ ਉਹ ਸਾਨੂੰ ਦੰਦ ਵੀ ਦੱਸਣਗੇ ਕਿੱਦਾਂ ਸਾਫ਼ ਕਰੀਦੇ ਨੇ। ਆ ਜਾਓ ਮੇਰੇ ਨਾਲ।
ਗੋਲਡਨ ਰਿਟਰੀਵਰ ਤੇ ਜਰਮਨ ਸ਼ੈਫਰਡ ਦੀ ਗਰੂਮਿੰਗ ਜਿਹੜੀ ਹੈਗੀ ਆ ਉਹ ਆਲਮੋਸਟ ਇੱਕੋ ਜਿੰਨੀ ਹੈਗੀ ਹੈ। ਬਟ ਇਹਦੇ ਵਿੱਚ ਹੁਣ ਮੈਂ ਇੱਥੇ ਦੱਸਣਾ ਹੀ ਚਾਹੁੰਦਾ ਹੈਗਾ ਕਿ ਇਹ ਮੈਡਮ ਇੱਧਰ ਮੇਰਾ ਟ੍ਰੀਟ ਪਾਊਚ ਹੈ, ਇਹਦੇ ਵਿੱਚ ਮੂੰਹ ਮਾਰ ਕੇ ਦੇਖ ਰਹੀ ਹੈ ਕਿ ਇਹਦੇ ਕੁਝ ਖਾਣ ਨੂੰ ਰੱਖਿਆ ਮੈਂ, ਬਿਕੋਜ਼ ਹਰ ਚੰਗੇ ਕੰਮ ਤੋਂ ਬਾਅਦ ਇਹਨਾਂ ਨੂੰ ਰਿਵਾਰਡ ਮਿਲਦਾ। ਲਾਰਾ get up, get up, get up. Now you stay up. Stay up. ਅਸੀਂ ਥਾਈਜ਼ ਨੂੰ ਇਹਨੂੰ ਗਰੂਮ ਕਰਾਂਗੇ। ਅਸੀਂ ਆਨੇ ਹਾਂ ਦੰਦਾਂ ਦੇ ਉੱਤੇ। ਤੁਸੀਂ ਇਸ ਤਰ੍ਹਾਂ ਦਾ ਲੌਂਗ ਬ੍ਰਸ਼ ਯੂਜ਼ ਕਰੋ ਕਿ ਜਿਹਦੇ ਇੱਕ ਪਾਸੇ ਛੋਟਾ ਬ੍ਰਿਸਲਸ ਨੇ, ਇੱਕ ਪਾਸੇ ਵੱਡੇ ਬ੍ਰਿਸਲਸ ਨੇ। ਡੌਗ ਨੂੰ ਟ੍ਰੇਨਡ ਕਰੋ ਕਿ ਉਹ ਤੁਸੀਂ ਉਹਦੇ ਦੰਦ ਸਾਫ਼ ਕਿਵੇਂ ਕਰਨੇ ਆ। ਉਹ ਕਿਵੇਂ ਤੁਸੀਂ ਟ੍ਰੇਨ ਕਰੋਗੇ? ਇਹ ਮੈਂ ਪਨੀਰ ਲੈ ਲਿਆ ਔਰ ਇਹ ਇਸ ਦਾ ਵੇਟ, ਇਸ ਦਾ ਟ੍ਰੀਟ ਬੈਗ ਹੈ। ਓਕੇ ਜੀ, ਪਹਿਲੇ ਦਿਨ ਫੜ ਕੇ ਕੁੱਤੇ ਦੇ ਰਗੜਾ ਨਹੀਂ ਦੇਣਾ। ਪਹਿਲਾਂ ਤੁਸੀਂ ਉਹਦਾ ਇਸ ਤਰ੍ਹਾਂ ਮੂੰਹ ਖੋਲੋ ਔਰ ਉਹਦੇ 'ਚ ਉਂਗਲ ਪਾਓ ਔਰ ਇਸ ਤਰ੍ਹਾਂ ਉਂਗਲ ਘੁਮਾਓ ਤੇ ਕਹੋ ਗੁੱਡ ਗਰਲ ਔਰ ਉਸ ਨੂੰ ਥੋੜਾ ਰਿਵਾਰਡ ਦਿਓ। ਇੱਕ ਹਫਤਾ ਤੁਸੀਂ ਸਿਰਫ ਕੀ ਕਰਨਾ ਹੈ ਕਿ ਤੁਸੀਂ ਉਹਦੇ ਮੂੰਹ 'ਚ ਇਸ ਤਰ੍ਹਾਂ ਉਂਗਲ ਮਾਰਨੀ ਹੈ, ਗੁੱਡ ਗਰਲ, ਔਰ ਉਹਨੂੰ ਰਿਵਾਰਡ ਦੇਣਾ ਹੈ। ਦੈਨ ਇੰਟਰੋਡਿਊਸ ਬ੍ਰਸ਼ ਨੂੰ ਇੰਟਰੋਡਿਊਸ ਕਰੋ ਉਸ ਦੇ ਨਾਲ ਕਿ ਇਹ ਨਹੀਂ ਕਿ ਬ੍ਰਸ਼ ਲਿਆ ਤੇ ਦੇ ਪਾ ਕੇ ਉਹਦੇ ਅੰਦਰ ਉਹ ਤੁਹਾਨੂੰ ਵੱਢ ਲੂ ਕੁੱਤਾ ਜਾਂ ਇਰੀਟੇਟ ਹੋ। ਤੁਸੀਂ ਕੁੱਤੇ ਦੇ ਮੂੰਹ 'ਚ ਬ੍ਰਸ਼ ਇਸ ਤਰ੍ਹਾਂ ਪਾਓ ਔਰ 2 ਵਾਰੀ ਘੁਮਾ ਕੇ ਬਾਹਰ ਕੱਢ ਕੇ ਉਹਨੂੰ ਪਿਆਰ ਕਰੋ ਤਾਂ ਕੁੱਤੇ ਨੂੰ ਇਹ ਸਮਝ ਆਊਗੀ ਕਿ ਇਹ ਕੋਈ ਮਾੜੀ ਚੀਜ਼ ਨਹੀਂ ਹੈ, ਇਹਦੇ ਨਾਲ ਮੈਨੂੰ ਨੁਕਸਾਨ ਨਹੀਂ ਹੋਊਗਾ। ਦੈਨ ਤੁਸੀਂ ਜਦੋਂ ਤੁਹਾਡਾ ਕੁੱਤਾ ਇਸ ਦੇ ਲਈ ਟ੍ਰੇਨਡ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਇਸ ਦੇ ਉੱਤੇ ਤੁਸੀਂ ਇਸ ਤਰ੍ਹਾਂ ਰਾਉਂਡ 'ਚ ਕਰਨਾ ਹੈਗਾ। ਇਸ ਦੇ ਨਾਲ ਕੀ ਹੋਏਗਾ ਕਿ ਇਹਦੇ ਗਮਸ ਹੈਲਦੀ ਰਹਿਣਗੇ। ਹਾਂ, ਵੀਕਲੀ ਕਰ ਲੈਣੇ ਚਾਹੀਦੇ। ਹੁਣ ਇਹ ਦੇਖੋ ਇੰਜੋਏ ਕਰ ਰਹੀ ਹੈ, ਇਹਨੂੰ ਰਾਉਂਡ ਘੁਮਾਣਾ ਔਰ ਜ਼ੋਰ ਨਹੀਂ ਲਗਾਣਾ। ਜੇ ਜ਼ੋਰ ਲਗਾਓਗੇ ਤੇ ਉਹਦੇ ਗਮਸ ਜਿਹੜੇ ਉਹ ਛਿੱਲੇ ਜਾਣਗੇ ਤੇ ਉਹਨੂੰ ਪੇਨ ਹੋਊਗੀ। ਜਿਵੇਂ ਆਪਣੇ ਕਰਦੇ ਆ ਤੇ ਇਹਦੇ ਵੀ ਇਸ ਤਰ੍ਹਾਂ ਕਰੋ। ਮੈਂ ਹਮੇਸ਼ਾ ਸਾਰੇ ਦਰਸ਼ਕਾਂ ਨੂੰ ਇਹੀ ਕਹਿ ਰਿਹਾ ਕਿ ਕੁੱਤੇ ਨਾਲ ਜੇ ਅਸੀਂ ਧੱਕਾ ਕਰਾਂਗੇ ਤੇ ਕੁੱਤਾ ਡਰ ਜਾਏਗਾ ਔਰ ਡਰਨ ਦੇ ਬਾਅਦ ਉਹ ਤੁਹਾਡੇ ਤੋਂ ਕਦੇ ਵੀ ਨਾ ਗਰੂਮਿੰਗ ਕਰਾਏਗਾ, ਨਾ ਕੌਮਿੰਗ ਕਰਾਏਗਾ ਔਰ ਨਾ ਹੀ ਉਹ ਤੁਹਾਡੇ ਤੋਂ ਦੰਦ ਸਾਫ਼ ਕਰਾਏਗਾ। ਬਟ ਜੇ ਤੁਸੀਂ ਨਾਲ ਉਹਨੂੰ ਪਿਆਰ ਕਰਦੇ ਰਹੋਗੇ, ਉਹਦੇ ਨਾਲ ਗੱਲਾਂ ਕਰਦੇ ਰਹੋਗੇ, ਉਹਦੇ ਨਾਲ ਇੰਟਰੈਕਸ਼ਨ ਰੱਖੋਗੇ ਤਾਂ ਫਿਰ ਤੁਹਾਡਾ ਡੌਗ ਤੁਹਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਅਟੈਚਡ ਰਹੂਗਾ, ਖੁਸ਼ ਰਹੂਗਾ ਤੇ ਉਹ ਤੇ ਤੁਸੀਂ ਦੋਵੇਂ ਜਣੇ ਜਿਹੜਾ ਡੌਗ ਰੱਖਣ ਦਾ ਤੁਹਾਡਾ ਪਰਪਸ ਸੀ ਉਸ ਨੂੰ ਤੁਸੀਂ ਸਾਰਥਕ ਕਰੋਗੇ। ਕਿ ਜਦੋਂ ਤੁਸੀਂ ਆਪਣੇ ਡੌਗ ਨੂੰ ਗਰੂਮ ਕਰਦੇ ਹੋ, ਡੇਲੀ ਗਰੂਮ ਕਰਦੇ ਹੋ, 10 ਮਿੰਟ ਉਹਦੇ ਤੇ ਟਾਈਮ ਲਗਾਉਂਦੇ ਹੋ। ਬਾਬਾ ਵੇਟ 10 ਮਿੰਟ ਉਹਦੇ ਤੇ ਟਾਈਮ ਲਗਾਉਂਦੇ ਹੋ ਤੇ ਜਿਹੜੇ ਤੁਹਾਡੇ ਘਰ ਦੇ ਵਿੱਚ ਵਾਲ ਉੱਡਦੇ ਫਿਰਦੇ ਆ, ਖਾਣੇ 'ਚ ਤੁਰੇ ਫਿਰਦੇ ਆ, ਉਹ ਨਹੀਂ ਰਹਿਣਗੇ ਕਿਉਂਕਿ ਤੁਸੀਂ ਉਹਦੀ ਗਰੂਮਿੰਗ ਕਰ ਰਹੇ ਹੋ। ਤੁਹਾਡੇ ਵਾਲ ਉਹਦੀ ਕੌਮ 'ਚੋਂ ਜਾਂ ਟੂਲਸ 'ਚ ਨਿਕਲ ਕੇ ਬਾਹਰ ਆ ਜਾਣਗੇ। ਸੋ ਤੁਸੀਂ ਅੱਜ ਦੇਖਿਆ ਕਿ ਕਿੰਨਾ ਜ਼ਰੂਰੀ ਹੈ ਘਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਨੂੰ ਗਰੂਮ ਕਰਨਾ ਤੇ ਕਿਵੇਂ ਗਰੂਮ ਕਰਨਾ। ਇਹ ਅੱਜ ਅਸੀਂ ਸੈਸ਼ਨ ਦੇ ਵਿੱਚ ਕੀਤਾ ਅੱਜ ਦਾ, ਕਿਉਂਕਿ ਸਾਡਾ ਵਿਸ਼ਾ ਸੀਗਾ ਕਿ ਘਰ ਬੈਠ ਕੇ ਵਿੰਟਰ ਸੀਜ਼ਨ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪੈਟ ਨੂੰ ਕਿਵੇਂ ਗਰੂਮ ਕਰ ਸਕਦੇ ਹੋ। ਗਰੂਮਿੰਗ ਦਾ ਮਤਲਬ ਸਿਰਫ ਇੰਨਾ ਹੀ ਨਹੀਂ ਹੁੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪੈਟਸ ਨੂੰ ਨਹਿਲਾਉਣਾ ਹੈ। ਸਾਨੂੰ ਸ਼ਿਵ ਕੌਸ਼ਲ ਜੀ ਨੇ ਦੱਸਿਆ ਗਰੂਮਿੰਗ ਦਾ ਮਤਲਬ ਹੁੰਦਾ ਹੈ ਤੁਸੀਂ ਉਹਨਾਂ ਨੂੰ ਰੋਜ਼ ਕੌਮ ਕਰਨਾ ਹੈ, ਜਿਹਦੇ ਉਹਨਾਂ ਨੇ ਕਿੰਨੇ ਸਾਰੇ ਬੈਨੀਫਿਟਸ ਦੱਸੇ। ਤੁਸੀਂ ਉਹਨਾਂ ਦੇ ਆਈਜ਼ ਕਲੀਨ ਕਰਨੀਆਂ ਹੈ, ਏਅਰ ਕਲੀਨ ਕਰਨਾ ਹੈ, ਇਨਫੈਕਟ ਤੁਸੀਂ ਉਹਨਾਂ ਦੇ ਟੀਥ ਤੱਕ, ਦੰਦ ਤੱਕ ਸਾਫ਼ ਕਰਨੇ ਆ, ਉਹਦੇ ਵੀ ਕਿੰਨੇ ਸਾਰੇ ਬੈਨੀਫਿਟਸ ਉਹਨਾਂ ਨੇ ਦੱਸੇ। ਤੇ ਜਿਹੜੇ ਇਹ ਕਰਨਾ ਚਾਹੁੰਦੇ ਨੇ ਜਾਂ ਕਰਦੇ ਨੇ ਔਰ ਕਿਸ ਤਰ੍ਹਾਂ ਕਰਦੇ ਨੇ ਉਹ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਅੱਜ ਦੇ ਇਸ ਸੈਸ਼ਨ ਤੋਂ ਬਾਅਦ ਕਿ ਸਹੀ ਢੰਗ ਕੀ ਹੈ ਆਪਣੇ ਪੈਟਸ ਨੂੰ ਗਰੂਮ ਕਰਨ ਦਾ। ਉਹਦੇ ਲਈ ਸਾਡਾ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੀ ਤਰਫ ਤੋਂ ਤੇ ਤੁਹਾਡੇ ਸਾਰੇ ਦਰਸ਼ਕਾਂ ਵੱਲੋਂ ਮੈਂ ਸ਼ਿਵ ਕੌਸ਼ਲ ਜੀ ਦਾ ਬਹੁਤ ਧੰਨਵਾਦੀ ਹੋਵਾਂਗੀ। ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ। ਔਰ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਕਹਾਂਗੀ ਕਿ ਅਗਲੇ ਹਫਤੇ ਜਾਂ ਅਗਲੀ ਵਾਰ ਮੈਂ ਤੁਹਾਨੂੰ ਬਹੁਤ ਜਲਦ ਫਿਰ ਤੋਂ ਮਿਲਾਂਗੀ ਇੱਕ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਤੇ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ।